ਸ਼੍ਰੀ ਵਾਹਿਗੁਰੂ ਜੀਓ। ਧਨਾਸਰੀ ਮਹੱਲਾ ਪੰਜਵਾ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲਹੁ, ਹਮ ਬਾਰਿਕ ਤੁਮਰੇ ਧਾਰੇ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲਹੁ, ਹਮ ਬਾਰਿਕ ਤੁਮਰੇ ਧਾਰੇ। ਜਿਹਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨ ਕਿਨਹੀ ਲਹੀਐ। ਰਹਾਉ ਕੂਟ ਪਰਾਧ ਹਮਾਰੇ ਖੰਡਹੁ, ਅਨਕ ਵਿਧੀ ਸਮਝਾਵਹੁ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਧ ਰਖਾਵਹੁ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ। ਰਾਖਹੁ ਰਾਖਨ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ। ਰਾਖਹੁ ਰਾਖਨ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਅਤੇ ਛਤਰ ਦੇ ਮਾਲਕ, ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਗੁਰ ਪਿਆਰੀ ਸਾਧ ਸੰਗਤ ਜੀ। ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਚਰਨ ਛੂਹ ਧਰਤੀ 'ਤੇ ਬੈਠ ਕੇ ਆਪਣੇ ਜਨਮ ਨੂੰ ਸਫਲਾ ਬਣਾ ਰਹੇ ਹਾਂ। ਆਓ ਸਵਾਸਾਂ ਰੂਪੀ ਪੂੰਜੀ ਨੂੰ ਸਫਲਾ ਬਣਾਉਂਦੇ ਹਾਂ ਔਰ ਸਤਿਗੁਰੂ ਜੀ ਦੀ ਸਿਫਤ ਸਲਾਹ ਕਰਦੇ ਹਾਂ। ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਕਰ ਸਕੀਏ, ਸੁਣ ਸਕੀਏ। ਇਹ ਦਾਤ ਸਤਿਗੁਰੂ ਜੀ ਤੋਂ ਆਪਾਂ ਝੋਲੀ ਵਿੱਚ ਪਾਉਣ ਲਈ ਇੱਕ ਵਾਰੀ ਪਿਆਰ ਸਤਿਕਾਰ ਸਹਿਤ ਸੀਸ ਝੁਕਾ ਕੇ ਸਾਰੇ ਗੁਰਚਰਨਾਂ ਵਿੱਚ ਨਮਸਕਾਰ ਕਰਕੇ ਕਹਿਣਾ ਕਰੀਏ ਜੀ ਸਤਿਨਾਮ ਸ਼੍ਰੀ ਵਾਹਿਗੁਰੂ। ਅੱਜ ਦੇ ਹੁਕਮਨਾਮਾ ਸਾਹਿਬ ਜੋ ਸਤਿਗੁਰੂ ਜੀ ਨੇ ਤੁੱਠ ਕਰਕੇ ਆਪਾਂ ਨੂੰ ਦਾਤ ਦਿੱਤੀ ਹੈ, ਧਨਾਸਰੀ ਰਾਗ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਹੈ। ਧਨਾਸਰੀ ਮਹੱਲਾ ਪੰਜਵਾ, ਭਾਵ ਕਿ ਪੰਜਵੇਂ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਹੈ, ਜੋ 673 ਔਰ 674 ਅੰਗ ਦੇ ਉੱਤੇ ਸੁਭਾਏਮਾਨ ਹੈ। ਇਸ ਹੁਕਮਨਾਮਾ ਸਾਹਿਬ ਦੇ ਵਿੱਚ ਮਹਾਰਾਜ ਜੀ ਸਾਨੂੰ ਸਮਝਾਉਣਾ ਕਰਦੇ ਹਨ ਕਿ ਜਿਹੜਾ ਭਾਈ ਉਹ ਦਾਤਾ ਹੈ, ਠਾਕੁਰ ਹੈ, ਉਹ ਸਮੁੱਚੀ ਸ੍ਰਿਸ਼ਟੀ ਨੂੰ ਸਾਜਣ ਵਾਲਾ ਹੈ ਅਤੇ ਸਮੁੱਚੀ ਸ੍ਰਿਸ਼ਟੀ ਦੇ ਜੀਵਾਂ ਦੇ ਉੱਤੇ ਕਿਰਪਾ ਦਇਆ ਦ੍ਰਿਸ਼ਟੀ ਕਰਨ ਵਾਲਾ ਹੈ। ਉਹ ਬੇਅੰਤ ਪ੍ਰਭੂ, ਜਿਸ ਨੂੰ ਕੋਈ ਸਾਧ ਸੰਗਤ ਜੀ ਆਪਣੀ ਪਕੜ ਦੇ ਵਿੱਚ ਨਹੀਂ ਲਿਆ ਸਕਿਆ, ਜਿਹੜਾ ਅਥਾਹ ਹੈ, ਅਗੰਮ ਹੈ, ਅਪਹੁੰਚ ਹੈ। ਉਸ ਪ੍ਰਮਾਤਮਾ ਦੀ ਜਿਤਨੀ ਵੀ ਸਿਫਤ ਸਲਾਹ ਕਰ ਸਕੀਏ ਉਤਨਾ ਕਦੇ ਵੀ ਕੋਈ ਪੂਰੀ ਨਹੀਂ ਕਰ ਸਕਦਾ, ਕਿਉਂਕਿ ਉਹ ਪੂਰਾ ਹੈ। ਆਪਾਂ ਲੋਕ ਅਧੂਰੇ ਹਾਂ। ਅਧੂਰਾ ਪੂਰੇ ਦੀ ਸਿਫਤ ਨੂੰ ਕਦੇ ਵੀ ਨਹੀਂ ਕਰ ਸਕਦਾ। ਬੁੱਧੀ ਦੇ ਮੁਤਾਬਕ ਜਿੰਨੀ ਸਤਿਗੁਰੂ ਜੀ ਬਖਸ਼ਿਸ਼ ਕਰਦੇ ਉਹਨਾਂ ਆਪਾਂ ਉਹਦੇ ਬਾਰੇ ਕਹਿ ਸਕਦੇ ਹਾਂ। ਸੋ ਸਾਧ ਸੰਗਤ ਜੀ, ਅੱਜ ਦੇ ਹੁਕਮਨਾਮਾ ਸਾਹਿਬ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਪਾਤਸ਼ਾਹ ਆਪਣੀ 'ਤੇ ਕਿਰਪਾ ਕਰਦੇ ਫਰਮਾਨ ਕਰ ਰਹੇ ਹਨ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਦਾਤਾ ਕਹੀਏ ਪਰਮਾਤਮਾ ਨੂੰ,
कि हे प्रभु जी तुसी दाते हो, तुम दाते ठाकुर प्रतिपालक। प्रतिपालक कहिए कि साडी प्रतिपालना करन वाले हो, साडी राखी करन वाले हो, साडे जीवां ते कृपा करन वाले हो। नायक कहंदे आ भी तुसी साडे लीडर हो, लीडर खसम, जिवें आपां पति नूं कह दिंदे आ खसम, तुसी साडे पति परमेश्वर हो, तुसी साडे खसम हो, तुसी साडे लीडर हो, तुसी साडे नायक हो। महाराज जी तुसी ही साडी प्रतिपालना करन वाले हो। जिथे आप जी ने सृष्टि नूं साजिया उत्थे साडी प्रतिपालना, जीवां दी प्रतिपालना करन वाले आप जी हो। निमक निमक तुम ही प्रतिपाल हो, हम बारक तुमरे धारे। बारक साध संगत जी कहंदे आ बच्चिआं नूं कि असीं तेरे बच्चे हाँ। निमक निमक, निमक दा मतलब है जिवें आपां अख झमकदे आ, निमक निमक जिन्ना समां, अख झपकण जिन्ना समां। हे परमात्मा वाहिगुरू, निमक निमक तुम ही प्रतिपालो। असीं हर समय भाव अख दे झपकण जिन्ने समय भी आप जी साडी प्रतिपालना करदे हो, साडे ते किरपा करदे हो, क्योंकि असीं तेरे बच्चे हाँ। आप जी इन्हां बख्शिशां दे नाल निवाज दिओ, साडी राखी कर दिओ। अख झपकण दा समां भी दूर नहीं साडे तो हुंदे। इस करके निमक निमक तुम ही प्रतिपाल हो, हम बारक तुमरे धारे। जिहवा एक कवन गुण कही है। हे गुणां दे दाते धन गुरु ग्रंथ साहिब महाराज, हे अकाल पुरख वाहिगुरू परमेश्वर जी, आप जी दे एक जीव साडे कोल एक है जीव कोल। महाराज तेरे गुण इन्ने ने कि मैं तेरे एक जीव दे नाल गुणां नूं वर्णन नहीं कर सकदा। जीवा एक कवन गुण कही है। परमेश्वर जी एक जीव दे नाल तेरे किन्ने क गुणां दा मैं जस गायन करां, किन्ने क तेरे गुण गावां, किन्ने क गुण मैं तेरे कह सकदा, क्योंकि तेरे गुण ही बेअंत ने। परमात्मा जी तेरे गुण ही इन्ने ने कि मैं तेरे किहड़े किहड़े गुण नूं वर्णन करां। एक जीव है, जेकर अनेकां जीवां भी होण मैं तां भी तेरी सिफत सलाह नहीं कर सकदा। बेसुमार बेअंत स्वामी, तेरो अंत न किन्ही लही है। साध संगत जी वो बेसुमार है, बेअंत है। बेअंत भाव जिसका कोई अंत नहीं पा सकता उसनूं कहा जाता बेअंत। जिस चीज़ का एंड है उसनूं बेअंत नहीं कहा जा सकता। धन गुरु अर्जन देव जी महाराज वर्गे देखो एडी वड्डी जोत, शहीदां दे सरताज सतगुरु जी आप किरपा करके कह रहे, कोई आम बंदा नहीं कह रहा। ये गुरु नानक साहिब जी दे पंजवें रूप कह रहे हैं कि बेसुमार बेअंत स्वामी। हे मेरे बेअंत परमात्मा, तेरा अंत नहीं पाया जा सकता। तू बेसुमार है, तू बेअंत है, तेरो अंत न किन्हीं लई है। ना कोई तेरा अंत पा सकिया ते ना कोई तेरा अंत पा सकता है। जिमें आपां कई बारी कहते हैं ना जी भी समुद्र का अंत नहीं कोई पा सकता, पर विग्यान की जिहड़ी टैक्नोलॉजी आ नवीं, ਉਹਦੇ अनुसार समुद्र ਦੇ ਵਿੱਚ भी अनेकां पुल आदि लाए जा रहे। हो सकता भी समुद्र की गहराई ਨੂੰ नापिया जा सकता है। ਇਹਦਾ मतलब क्योंकि पैदा करने वाला परमात्मा है ना, जो परमात्मा ने चीज़ां पैदा कीतियां उन्हां दा मनुख अंत पा सकदा, पर उस बेअंत दा अंत नहीं पा सकदा जिसने पैदा किया है। विग्यान का भी अंत पा सकदा, समुद्रां का भी अंत पा सकदा। तो महाराज कहते हो सकता चन्न ते सितारियां नूं भी गिणिया जा सकता, पर हे बेअंत गुणां दे मालक बेसुमार स्वामी, तेरा अंत कोई नहीं पा सकता ते ना कोई पा सकिया। बेसुमार बेअंत स्वामी, तेरो अंत ना किन्हीं लई है। जेकर साध संगत जी उहदा अंत पाया जांदा, आपां एक दुनियावी तौर ते उदाहरण लईए। सरकार किन्ने यतन करती है भी इस बारी कोई नुकसान ना होवे, उस तो पहलां ही तरह तरह के तरीके अपना लैंदी है। मान लो जिथे हड़ आउंदे आ, कोई बदल फटदा जां कुछ हुंदा, गौरमेंट तो बहुत उपराले करती है भी इस बार जनजीवन का घट तो घट नुकसान होवे, पर उस परमात्मा का अंत ही नहीं आउंदा। आपां देखिया कि वड्डे वड्डे धामां ते वड्डे वड्डे पहाड़ां ते किवें जे महाराज चाहे तो पहाड़ां ते भी हड़ लिया दिंदा,
ਤੇ ਆਪਾਂ ਦੇਖਿਆ ਬੱਦਲ ਫਟਦਾ ਕਿੰਨੀ ਮਨੁੱਖਤਾ ਨੂੰ ਰੋੜ ਕੇ ਲੈ ਜਾਂਦਾ। ਉਹ ਬੱਦਲ ਫਟਣਾ ਕੀ, ਉਹ ਵੀ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੈ। ਉਹ ਬੇਸ਼ੁਮਾਰ ਹੈ, ਹੁਣ ਸਰਕਾਰ ਨਹੀਂ ਉਸ ਨੂੰ ਰੋਕ ਸਕਦੀ। ਜੋ ਕੁਦਰਤ ਕਰਦੀ ਹੈ ਉਸ ਨੂੰ ਕੋਈ ਨਹੀਂ ਰੋਕ ਸਕਦਾ, ਨਾ ਕੋਈ ਵਿਗਿਆਨ ਰੋਕ ਸਕਦਾ, ਨਾ ਕੋਈ ਸਰਕਾਰ ਰੋਕ ਸਕਦੀ ਹੈ, ਨਾ ਕੋਈ ਉਹਦਾ ਅੰਤ ਪਾਇਆ ਜਾ ਸਕਦਾ। ਜਦੋਂ ਉਹ ਪ੍ਰਮਾਤਮਾ ਕੋਈ ਇੱਦਾਂ ਦੀ ਖੇਡ ਵਰਤਾਉਂਦਾ, ਉਸ ਤੋਂ ਬਾਅਦ ਉਸ 'ਤੇ ਪ੍ਰੈਕਟੀਕਲ ਕਰਦੇ ਆ ਵੀ ਅੱਗੇ ਇਸ ਤਰ੍ਹਾਂ ਦਾ ਨਾ ਹੋਵੇ। ਪਰ ਸਾਧ ਸੰਗਤ ਜੀ ਅੱਗੇ ਫੇਰ ਹੋ ਹੀ ਜਾਂਦਾ, ਕੁਛ ਨਵਾਂ ਹੋ ਜਾਂਦਾ, ਕਿਉਂਕਿ ਉਸ ਮਾਲਕ ਦਾ, ਉਸ ਬੇਅੰਤ ਪ੍ਰਭੂ ਦਾ, ਬੇਸ਼ੁਮਾਰ ਪ੍ਰਭੂ ਦਾ ਨਾ ਕੋਈ ਅੰਤ ਪਾ ਸਕਿਆ ਤੇ ਨਾ ਕੋਈ ਅੰਤ ਪਾ ਸਕਦਾ ਹੈ। ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀ ਹੈ। ਰਹਾਓ। ਫਿਰ ਵਿਸ਼ਰਾਮ ਦੇ ਕੇ ਮਹਾਰਾਜ ਜੀ ਬਚਨ ਕਰ ਰਹੇ ਨੇ ਕਿ ਕੋਟ ਅਪਰਾਧ ਹਮਾਰੇ ਖੰਡ ਹੋ, ਅਨਕ ਵਿਧੀ ਸਮਝਾਵੋ। ਹੇ ਪ੍ਰਮਾਤਮਾ ਵਾਹਿਗੁਰੂ ਜੀ, ਤੁਸੀਂ ਸਾਡੇ ਕਰੋੜਾਂ ਪਾਪਾਂ ਨੂੰ ਦੂਰ ਕਰ ਦਿਓ। ਕਰੋਟ ਅਪਰਾਧ, ਅਸੀਂ ਪਾਪੀ ਹਾਂ, ਅਸੀਂ ਅਲਪੱਗ ਜੀਵ ਹਾਂ, ਅਸੀਂ ਭੁੱਲਣਹਾਰੇ ਹਾਂ ਮਹਾਰਾਜ, ਅਨੇਕਾਂ ਭੁੱਲਾਂ ਕਰਦੇ ਹਾਂ। ਪਰ ਤੂੰ ਸਾਡੇ ਕਰੋੜਾਂ ਪਾਪਾਂ ਨੂੰ ਖੰਡੋ, ਨਾਸ਼ ਕਰਨ ਵਾਲਾ, ਅਨੇਕ ਵਿਧੀ ਸਮਝਾਵੋ। ਅਨੇਕਾਂ ਵਿਧੀਆਂ ਦੇ ਨਾਲ, ਤਰੀਕਿਆਂ ਦੇ ਨਾਲ ਸਮਝਾ ਕੇ ਸਾਡੇ ਕਰੋੜਾਂ ਪਾਪਾਂ ਦਾ ਨਾਸ਼ ਕਰਨ ਵਾਲਾ ਦਾਤਾ ਹੈ। ਹਮ ਅਗਿਆਨ ਅਲਪਮਤ ਥੋਰੀ, ਤੁਮ ਆਪਨ ਬਿਰਧ ਰਖਾਵੋ। ਹਮ ਅਗਿਆਨ ਭਾਵ ਕਿ ਸਾਨੂੰ ਗਿਆਨ ਨਹੀਂ, ਅਸੀਂ ਅਗਿਆਨੀ ਹਾਂ। ਮਹਾਰਾਜ ਜੀ ਸਾਡੇ ਕੋਲ ਇੰਨੀ ਬੁੱਧ ਨਹੀਂ ਕਿ ਤੇਰੀ ਸਿਫਤ ਸਲਾਹ ਕਰ ਸਕੀਏ, ਸਾਨੂੰ ਇੰਨੀ ਸੋਝੀ ਨਹੀਂ ਕਿ ਅਸੀਂ ਤੇਰੇ ਗੁਣਾਂ ਦਾ ਅੰਤ ਪਾ ਸਕੀਏ। ਹਮ ਅਗਿਆਨ ਭਾਵ ਕਿ ਅਸੀਂ ਗਿਆਨੀ, ਅਗਿਆਨੀ ਲੋਕ ਹਾਂ। ਇੱਕ ਗਿਆਨ, ਇੱਕ ਅਗਿਆਨ। ਗਿਆਨ ਹੋਣਾ ਉਹਨੂੰ ਕਹਿੰਦੇ ਵੀ ਸਿਆਣਾ ਹੈ, ਇਹਨੂੰ ਸੂਝ ਹੈ। ਅਗਿਆਨ ਕਿ ਜਿਸ ਨੂੰ ਕੁਛ ਪਤਾ ਹੀ ਨਹੀਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਅਸੀਂ ਤਾਂ ਅਗਿਆਨੀ ਹਾਂ। ਅਲਪ ਮਤ ਥੋਰੀ, ਅਲਪ ਕਹਿੰਦੇ ਆ ਵੀ ਥੋੜੀ ਬੁੱਧੀ, ਮਤ ਕਹਿੰਦੇ ਬੁੱਧ ਨੂੰ, ਥੋੜੀ ਵੀ ਬੁੱਧੀ, ਅਲਪ ਵੀ ਸਾਡੇ ਕੋਲ ਥੋੜੀ ਬੁੱਧੀ ਹੈ, ਸੂਖਸ਼ਮ ਬੁੱਧੀ ਹੈ ਮਹਾਰਾਜ, ਇੰਨੀ ਮਤ ਨਹੀਂ ਹੈ ਸਾਡੇ ਕੋਲ। ਤੁਮ ਆਪਨ ਬਿਰਧ ਰਖਾਵੋ, ਪਰ ਆਪ ਜੀ ਕਿਰਪਾ ਕਰਕੇ ਆਪਣੇ ਸਾਜੇ ਬੰਦਿਆਂ ਤੇ ਆਪ ਹੀ ਕਿਰਪਾ ਬਣਾਈ ਰੱਖ ਦਿਓ। ਆਪਨ ਬਿਰਧ ਰਖਾਵੋ ਮਹਾਰਾਜ, ਤੁਸੀਂ ਆਪਣੇ ਦੀ ਆਪ ਲਾਜ ਰੱਖ ਦਿਓ। ਸਾਡੇ ਕੋਲ ਇੰਨੀ ਬੁੱਧੀ ਨਹੀਂ ਹੈ। ਅਸੀਂ ਰੋਜ਼ ਦਾਤੇ ਕੋਲੋਂ ਇੱਕ ਦਾਨ ਮੰਗਦੇ ਹਾਂ, ਇਸੇ ਕਰਕੇ ਦਾਨ ਮੰਗਦੇ ਹਾਂ ਪਰ ਰੋਜ਼, ਕਿ ਸਤਿਗੁਰੂ ਜੀ ਸਾਨੂੰ ਬੁੱਧ ਦਾ ਦਾਨ ਦਿਓ। ਜਦੋਂ ਆਪਾਂ ਹੁਣ ਅਰਦਾਸ ਕਰਦੇ ਹਾਂ ਸਾਧ ਸੰਗਤ ਜੀ, ਜਦੋਂ ਦਾਨ ਮੰਗਣ ਦੀ ਵਾਰੀ ਆਉਂਦੀ ਆ, ਸਭ ਤੋਂ ਪਹਿਲਾਂ ਆਪਾਂ ਦਾਨ ਮੰਗਦੇ ਹਾਂ ਕਿ ਹੇ ਅਕਾਲ ਪੁਰਖ ਵਾਹਿਗੁਰੂ, ਬੁੱਧ ਦਾਨ, ਬੁੱਧ ਦਾ ਦਾਨ ਸਾਡੀ ਝੋਲੀ ਵਿੱਚ ਪਾਓ। ਫਿਰ ਆਪਾਂ ਬਾਕੀ ਦਾਨ ਮੰਗਦੇ ਆ, ਭਰੋਸਾ ਦਾਨ ਮੰਗਦੇ ਆ, ਇਹ ਬਾਅਦ ਵਿੱਚ ਦਾਨ ਮੰਗਦੇ ਆ। ਸਭ ਤੋਂ ਪਹਿਲਾਂ ਬੁੱਧੀ ਦਾ ਦਾਨ ਮੰਗਦੇ ਆ ਕਿ ਸਾਨੂੰ ਬੁੱਧੀ ਦੇ। ਹਮ ਅਗਿਆਨ ਅਲਪਮਤ ਥੋਰੀ, ਤੁਮ ਆਪਨ ਬਿਰਧ ਰਖਾਵੋ। ਪਾਤਸ਼ਾਹ ਸਾਡੇ ਕੋਲ ਇੰਨੀ ਬੁੱਧੀ ਨਹੀਂ ਹੈ, ਸਾਡੇ ਕੋਲ ਇੰਨੀ ਮਤ ਨਹੀਂ ਹੈ, ਇਸ ਲਈ ਅਸੀਂ ਆਪ ਜੀ ਪਾਸੋਂ ਅਲਪੱਗ ਜੀਵ ਤੁਹਾਡੇ ਕੋਲੋਂ ਬੁੱਧੀ ਮੰਗਦੇ ਹਾਂ। ਆਪ ਜੀ ਕਿਰਪਾ ਕਰਕੇ ਸਾਡੀ ਪੈਜ ਰੱਖਦੇ ਹੋ। ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਤੁਮਰੀ ਸਰਨ, ਸਰਨ ਦਾ ਮਤਲਬ ਕਿ ਹੇ ਗਰੀਬ ਨਵਾਜ, ਜਦੋਂ ਸਾਡੇ ਕੋਲ ਬੁੱਧੀ ਹੀ ਨਹੀਂ ਤੇ ਫਿਰ ਅਸੀਂ ਕਿੱਥੇ ਜਾਵਾਂਗੇ? ਤੇਰੀ ਸ਼ਰਨ ਵਿੱਚ ਆਉਂਦੇ ਹਾਂ। ਜਦੋਂ ਇੰਨੀ ਮੱਤ ਹੀ ਨਹੀਂ ਸਾਡੇ ਕੋਲ ਹੈ, ਅਸੀਂ ਤੇਰੇ ਕੋਲੋਂ ਮੱਤ ਦਾ ਦਾਨ ਲੈਣ ਵਾਸਤੇ ਆਉਂਦੇ ਹਾਂ ਪਾਤਸ਼ਾਹ ਜੀ। ਤੇ ਮਹਾਰਾਜ ਤਾਂ ਇਹ ਵੀ ਬਚਨ ਕਰਦੇ ਆ, ਭਾਈ ਜੇ ਕੋਈ ਆਪਣੇ ਮੱਤ ਦੇ ਅਨੁਸਾਰ ਚੱਲਦਾ ਤੇ ਹਮੇਸ਼ਾ ਡੁੱਬਦਾ ਹੈ। ਗੁਰ ਕੀ ਮੱਤ ਤੂੰ ਲੈ ਇਆਨੇ, ਭਗਤ ਬਿਨਾ ਬਹੁ ਡੁੱਬੇ ਸਿਆਣੇ। ਬੜੇ ਬੜੇ ਸਿਆਣੇ ਗੁਰੂ ਕੀ ਮੱਤ ਤੋਂ ਬਿਨਾਂ ਡੁੱਬ ਜਾਂਦੇ ਆ। ਔਰ ਜਿਹੜੇ ਤੇਰੇ ਹੁਕਮ ਦੇ ਵਿੱਚ ਚੱਲਦੇ ਆ ਪਾਤਸ਼ਾਹ, ਤੇਰੇ ਤੋਂ ਬੁੱਧੀ ਲੈ ਕੇ ਚੱਲਦੇ ਆ, ਉਹਨਾਂ ਜੀਵਾਂ ਤੇ ਆਪ ਜੀ ਹਮੇਸ਼ਾ ਕਿਰਪਾ ਬਣਾ ਕਰਕੇ ਰੱਖਦੇ ਆ। ਤੇ ਮਹਾਰਾਜ ਕਹਿੰਦੇ ਤੁਮਰੀ ਸਰਨ ਤੁਮਾਰੀ ਆਸਾ, ਤੇਰੀ ਸ਼ਰਨ ਦੇ ਵਿੱਚ ਅਸੀਂ ਆਏ ਹਾਂ, ਤੇਰੀ ਆਸ ਲੈ ਕੇ ਆਏ ਹਾਂ। ਤੁਮ ਹੀ ਸੱਜਣ ਸੁਹੇਲੇ, ਸੱਜਣ ਕਹਿੰਦੇ ਮਿੱਤਰ ਨੂੰ, ਆਪ ਜੀ ਹੀ ਸਾਡੇ ਸੱਜਣ ਹੋ, ਆਪ ਜੀ ਸਾਡੇ ਮਿੱਤਰ ਹੋ, ਆਪ ਜੀ ਸਾਡੇ ਪ੍ਰਤਪਾਲਕ ਹੋ। ਅਸੀਂ ਤਾਂ ਤੇਰੀ ਸ਼ਰਨ ਵਿੱਚ ਆਏ ਹਾਂ, ਕਿਰਪਾ ਕਰੋ। ਰਾਖੋ ਰਾਖਣਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਗੋਲਾ ਹੁੰਦਾ ਸਾਧ ਸੰਗਤ ਜੀ ਜਿਸ ਨੇ ਆਪਣੇ ਆਪ ਨੂੰ ਵੇਚ ਦਿੱਤਾ ਹੁੰਦਾ ਆ। ਗੋਲਾ, ਗੋਲਾ ਗੁਲਾਮ ਨੂੰ ਕਿਹਾ ਜਾਂਦਾ। ਗੁਲਾਮ ਜਿਸ ਨੇ ਆਪਣੇ ਆਪ ਨੂੰ, ਆਪਣੀ ਮੱਤ ਨੂੰ ਗੁਰੂ ਦੇ ਚਰਨਾਂ ਵਿੱਚ ਰੱਖਤਾ,
जिसने अपनी सियाणप नूं गुरु के चरणों में रखता कि महाराज मेरे को मत नहीं, मेरे को बुद्ध नहीं, उसनूं गोला कहा जाता, गोला गुलाम, कि असीं तेरे घर दे गोले हाँ, तेरे घर दे गुलाम हाँ, असीं गुलाम हाँ असीं तेरे। उसे नूं महाराज जी बचन कर रहे, राखो राखण हार दयाला नानक घर के गोले। हे नानक जी साडे ते किरपा करके सानू रखो, क्योंकि असीं तां पातशाह तेरे घर दे गोले हाँ, तेरे घर दे गुलाम हाँ, तेरे कोल विके होए हाँ। जदों असीं तेरे घर दे गोले हाँ तो फिर आप जी आप ही किरपा करदे हो। ये अरदास सतगुरु जी अज हुक्मनामा साहिब विच सानू समझा रहे, क्योंकि महाराज बड़ियां किरपा करन वाला, बंधन ते छटकावै प्रभु मिलावै, हर हर नाम सुनावै। ये ऐसा बेअंत स्वामी है, ये साडे बंधन भी कटदा, परमात्मा नूं भी मिलाउंदा, ते हर हर नाम भी सानू सुनन दिंदा, बाणी भी अपनी दिंदा है। बंधन ते छुटकावै प्रभु मिलावै, हर हर नाम सुनावै। अस्थिर करे निहचल ए मनुआ, बहुर न कतहूँ धावै। जिहड़ा साडा मन, मनुआ कहंदे मन नूं, ये जिहड़ा मन साडा डोलदा फिरदा ना, इनू स्थिर करदा, अस्थिर जिहड़ा हुंदा ना इनू स्थिर कर दिंदा, परमात्मा टिकाऊ विच लिया दिंदा है। अस्थिर करे निहचल ए मनुआ, बहुर न कतहूँ धावै। फिर महाराज बेनती करते, है को ऐसा हमरो मीत, है कोई ऐसो हमरा मीत। इदां दा कोई मित्र है साडा, इदां दा कोई साडा सज्जन है। सगल समगरी जो हुईओ दियो अर्पो अपनो चीत। इदां दा कोई भी मित्र नहीं है। इस करके साध संगत जी उस परमात्मा की आपां सिफत सलाह करिए। फिर बेनती की करनी है, हा हा प्रभ राख लिहो, हे मेरे वाहिगुरु किरपा करके मैनू रख लिहो। हम ते किछू ना होए मेरे स्वामी, कर किरपा अपना नाम देहो। मैं नहीं कुछ कर सकता, किरपा करके आप जी अपनी नाम की दात झोली विच पा दिओ, ये किरपा करो। अगन कुटंब सागर संसार, भरम मोह अज्ञान अंधार। ऊच नीच सूख दुख, धराप सनाही तृष्णा भूख। मन बासना रच बिखै ब्याद, पंच दूत संग महा असाध। जी जहान प्राण धन तेरा, नानक जान सदा हरनेरा। हे परमात्मा साडे जीवां ते किरपा करके इस कुटंब सागर दे विचों साडा पार उतारा कर दिओ, सानू ज्ञान बख्श दिओ, पंज दूतां दा साडा छुटकारा करा दिओ, अपनी चरनां दी प्रीत सानू बख्शिश कर दिओ। सो ये अरदास आपां गुरु चरनां विच करनी है। अज दे हुक्मनामा साहिब विच आपां नूं भाई सतगुरु जी ये समझाणा करदे ने कि तुम दाते ठाकुर प्रतिपालक, नायक खसम हमारे। निमक निमक तुम ही प्रतिपालो हो हम बारक, तुमरे धारे जीवा एक कवन गुण कहिए। बेसुमार बेअंत स्वामी तेरो अंत ना, कि नहीं लईए तेरा अंत नहीं कोई भी पा सकता। हे दीनां दे दुख निवारण वाले दाते, इस करके असीं तेरी शरण विच आउंदे हां, आप जी दी शरण मंगदे हां, ते साडे जीवां नूं साडे औगण ना चितारना, साडे ते किरपा बनाई रखना। यही अरदास साध संगत जी आपां करदे हां। सो अज दे हुक्मनामा साहिब विच धन धन सतगुरु गुरु अर्जन देव जी महाराज ने सानू ये समझाउणा कीता ते बड़ी किरपा कीती, बड़ी रहमत कीती, तां कि साडी प्रीत गुरु चरनां दे नाल बन जाए। यही अरदास आपां गुरु चरनां विच करदे हां। आओ धन धन सतगुरु गुरु गोबिंद सिंह जी महाराज, वाह प्रगटिओ मर्द अगमड़ा, वरियाम अकेला, वाहो वाहो गोबिंद सिंह, आपे गुरचेला। मर्द अगमड़े उस संत ते सिपाही, वो बादशाह ते दरवेश, वो महान कवि, वो दानियां चो महादानी, दातियां चो महादाते, सूरबीर योधे, छंदां दे रचायता। धन धन अमर दे दाते सतगुरु गुरु गोबिंद सिंह जी महाराज जी का प्रकाश दिहाड़ा आपां मना रहे हैं 9 तारीख नूं, क्योंकि नानकशाही कैलेंडर के मुताबिक 9 तारीख नूं धन गुरु गोबिंद सिंह जी महाराज जी का प्रकाश दिहाड़ा आ रहा। साध संगत जी वो आपां रल करके मनाउणा है, जिस दे संबंध विच अज श्री अखंड पाठ साहिब प्रारंभ हो जाणगे। और नाल ही बेनती है
ਆਪਾਂ ਰੋਜ਼ਾਨਾ ਸਾਧ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿਫਤ ਸਲਾਹ ਕਰ ਰਹੇ ਹਾਂ। ਕੱਲ੍ਹ ਵੀ ਆਪਾਂ ਨੇ ਸਤਿਗੁਰੂ ਜੀ ਦੇ ਪ੍ਰਕਾਸ਼ ਦੇ ਸੰਬੰਧ ਦੇ ਵਿੱਚ ਜਿਤਨਕ ਬੁੱਧ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਉਹ ਆਪਾਂ ਵਿਚਾਰ ਕੀਤੀ ਕਿ ਧੰਨ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਦੇ ਆਉਣ ਨਾਲ ਕਿਵੇਂ ਕਿਵੇਂ ਜੀਵਾਂ 'ਤੇ ਕਿਰਪਾ ਹੋਈ। ਜਿਵੇਂ ਆਪਾਂ ਨੇ ਰਾਜਾ ਰਾਮ ਰਾਏ ਨੂੰ ਪੁੱਤਰ ਦੀ ਦਾਤ ਬਖਸ਼ੀ, ਉਸ 'ਤੇ ਵਿਚਾਰ ਕੀਤੀ। ਅਤੇ ਜਿਵੇਂ ਸਾਧ ਸੰਗਤ ਜੀ ਕੱਲ੍ਹ ਆਪਾਂ ਨੇ ਪੀਰ ਭੀਖਮ ਸ਼ਾਹ ਕਿਵੇਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਪਹੁੰਚਾ ਅਤੇ ਕਿਵੇਂ ਸ਼ਰਧਾ ਦੇ ਨਾਲ ਉਸਨੇ ਪ੍ਰਮਾਤਮਾ ਨੂੰ ਪਾਇਆ, ਉਹ ਆਪਾਂ ਨੇ ਵਿਚਾਰ ਕੀਤੀ। ਪਟਨਾ ਸਾਹਿਬ ਦੇ ਉੱਤੇ ਅਨੇਕਾਂ ਚੋਜ ਨੇ ਮੇਰੇ ਸਤਿਗੁਰ ਦਾਤੇ ਦੇ। ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਮਾਧੋ ਸੇਠ, ਰੱਲਾ ਸੇਠ, ਜਗਤ ਸੇਠ, ਪਤਾ ਨਹੀਂ ਕਿੰਨਿਆਂ ਕੁ ਨੂੰ ਤਾਰਨਾ ਕੀਤਾ। ਜਿਹੜੇ ਹਿੰਦੂ ਲੋਕ ਸਨਾਤਨ ਧਰਮ ਨੂੰ ਮੰਨਣ ਵਾਲੇ ਲੋਕ ਸਨ, ਉਹਨਾਂ ਨੇ ਵੀ, ਜਿਨ੍ਹਾਂ ਨੇ ਜਾਣ ਲਿਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਦਿਦਾਰੇ ਕੀਤੇ। ਮੁਸਲਮਾਨ ਲੋਕ, ਰਹੀਮ ਬਖਸ਼ ਉੱਥੋਂ ਦਾ ਜਿਹੜਾ ਹਾਕਮ ਸੀ, ਉਹਨੇ ਵੀ ਸਤਿਗੁਰ ਪਾਤਸ਼ਾਹ ਤੋਂ ਕਿਰਪਾ ਲਈ। ਇੱਕ ਘਟਨਾ ਸਾਧ ਸੰਗਤ ਜੀ ਉੱਥੇ ਵਾਪਰਦੀ ਹੈ। ਜਿਵੇਂ ਆਪਾਂ ਪੜ੍ਹਦੇ ਹਾਂ ਵੀ ਰਾਣੀ ਮੈਣੀ, ਅਤੇ ਮੈਣੀ ਉਹਨਾਂ ਦਾ ਗੋਤ ਹੈ, ਅਸਲ ਵਿੱਚ ਉਹ ਰਾਜੇ ਦੀ ਪਤਨੀ ਹੈ ਅਤੇ ਉਹਨੂੰ ਰਾਣੀ ਮੈਣੀ ਕਿਹਾ ਜਾਂਦਾ ਹੈ। ਰਾਣੀ ਮੈਣੀ 'ਤੇ ਵੀ ਸਤਿਗੁਰੂ ਜੀ ਨੇ ਕਿਰਪਾ ਕੀਤੀ, ਪਰ ਉਹ ਜਿਹੜੀ ਕਿਰਪਾ ਕੀਤੀ ਮਹਾਰਾਜ ਨੇ ਕਿਵੇਂ ਕੀਤੀ? ਕਿਸੇ ਦੇ ਰਾਹੀਂ ਕੀਤੀ। ਸਤਿਗੁਰ ਜਦੋਂ ਵਰਤਦਾ ਸਾਧ ਸੰਗਤ ਜੀ, ਕਿਸੇ ਨਾ ਕਿਸੇ ਦੇ ਵਿੱਚ ਵਰਤਦਾ, ਆਪ ਸਿੱਧਾ ਨਹੀਂ ਮਹਾਰਾਜ ਵਰਤਦਾ। ਉਹ ਕੋਈ ਨਾ ਕੋਈ ਇੱਕ ਢੰਗ ਬਣਾ ਦਿੰਦਾ ਵੀ ਇਸ ਤਰ੍ਹਾਂ ਜੀਵਾਂ 'ਤੇ ਕਿਰਪਾ ਕਰਨੀ ਹੈ। ਜਿਹੜੇ ਤੇ ਸਮਝਣ ਵਾਲੇ ਆ ਉਹ ਤੇ ਉਸ ਨੂੰ ਸਮਝ ਜਾਂਦੇ ਆ, ਅਤੇ ਜਿਨ੍ਹਾਂ ਨੂੰ ਸਮਝ ਨਹੀਂ ਉਹ ਸੋਚਦੇ ਆ ਵੀ ਇਹ ਮੇਰੀ ਸਿਆਣਪ ਦਾ ਨਤੀਜਾ ਹੈ। ਫਰਕ ਇੱਥੇ ਪੈਂਦਾ। ਕਈ ਵਾਰੀ ਬੰਦਾ ਸੋਚਦਾ ਵੀ ਇਹ ਜੋ ਕੀਤਾ ਬਹੁਤ ਵਧੀਆ ਹੋਇਆ, ਇਹ ਮੇਰੀ ਕੋਈ ਸਿਆਣਪ ਹੈ। ਪਰ ਜਿਹੜਾ ਬੰਦਾ ਇਹ ਸਮਝਦਾ ਕਿ ਮਹਾਰਾਜ ਇਹ ਮੇਰੀ ਕੋਈ ਸਿਆਣਪ ਨਹੀਂ, ਇਹ ਤਾਂ ਤੇਰੀ ਨਦਰੇ ਰਹਿਮਤ ਹੈ, ਇਹ ਤਾਂ ਤੇਰੀ ਕਿਰਪਾ ਹੈ, ਫਿਰ ਉਹ ਪ੍ਰੀਤ ਬਣ ਜਾਂਦੀ ਹੈ ਗੁਰੂ ਨਾਲ। ਪੰਡਤ ਸ਼ਿਵਦੱਤ ਗੰਗਾ ਦੇ ਕੰਢੇ ਦੇ ਉੱਤੇ ਸਾਧ ਸੰਗਤ ਜੀ ਰੋਜ਼ ਬੈਠਦਾ। ਉਹ ਆਪਣੇ ਪ੍ਰਭੂ ਨੂੰ ਧਿਆਉਂਦਾ ਪਾਣੀ ਦੇ ਵਿੱਚੋਂ ਗੰਗਾ ਜਲ ਲੈ ਕੇ। ਅੱਜ ਵੀ ਹਿੰਦੂ ਲੋਕ ਗੰਗਾ ਜਲ ਲੈ ਕੇ ਆਉਂਦੇ, ਆਪਣੇ ਘਰ ਦੀ ਸ਼ੁੱਧਤਾ ਲਈ, ਆਪਣੀ ਦੁਕਾਨ ਦੀ ਸ਼ੁੱਧਤਾ ਲਈ ਗੰਗਾ ਜਲ ਦਾ ਛਿੱਟਾ ਦਿੰਦੇ ਆ। ਗੰਗਾ ਜਲ ਨੂੰ ਅੱਜ ਵੀ ਪਵਿੱਤਰ ਮੰਨਦੇ ਆ, ਕਿਉਂਕਿ ਉਹਨਾਂ ਦੀ ਮਨੌਤ ਹੈ। ਜਿਵੇਂ ਆਪਾਂ ਹਰਿਮੰਦਰ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਂਦੇ ਹਾਂ, ਜਾਂ ਚਲੋ ਆਪਾਂ ਇਹ ਕਹਿ ਲਈਏ ਆਪ ਜੀ ਪੰਜੋਖਰਾ ਸਾਹਿਬ ਜਿਵੇਂ ਜਾਂਦੇ ਹੋ, ਸਰੋਵਰ ਦੇ ਵਿੱਚ ਚੁੱਭੀ ਲਾਉਂਦੇ ਹੋ, ਸਰੋਵਰ ਦੇ ਵਿੱਚੋਂ ਇਸ਼ਨਾਨ ਕਰਦੇ ਹੋ, ਸਰੋਵਰ ਦੇ ਵਿੱਚੋਂ ਜਲ ਲੈਂਦੇ ਹੋ। ਉਹਦਾ ਕਾਰਨ ਕੀ ਹੈ? ਕਿ ਆਪਣੀ ਇੱਕ ਮਨੌਤ ਹੈ ਵੀ ਇੱਥੇ ਸਤਿਗੁਰੂ ਜੀ ਵਰਤਦਾ। ਕਾਰਨ ਕੀ? ਵੀ ਇੱਥੇ 24 ਘੰਟੇ ਬਾਣੀ ਦਾ ਪ੍ਰਵਾਹ ਚੱਲਦਾ ਹੈ, ਮਹਾਰਾਜ ਦੀ ਇੱਥੇ ਕਿਰਪਾ ਬਣਦੀ ਹੈ। ਘਟਨਾਵਾਂ ਇੱਦਾਂ ਦੀਆਂ ਸਾਖੀਆਂ ਵਾਪਰੀਆਂ ਹੋਈਆਂ ਹੁੰਦੀਆਂ, ਅਤੇ ਆਪਣੀ ਵੀ ਉੱਦਾਂ ਸ਼ਰਧਾ ਬਣ ਜਾਂਦੀ ਹੈ। ਇੱਦਾਂ ਹੀ ਸਾਧ ਸੰਗਤ ਜੀ ਇਹਨਾਂ ਸਨਾਤਨ ਧਰਮ ਦੇ ਲੋਕਾਂ ਦੀ, ਹਿੰਦੂ ਲੋਕਾਂ ਦੀ ਸ਼ਰਧਾ, ਇਹ ਗੰਗਾ ਜਲ ਨੂੰ ਪਵਿੱਤਰ ਮੰਨਦੇ ਆ। ਅਤੇ ਆਪਾਂ ਨੂੰ ਵੀ ਸਾਧ ਸੰਗਤ ਜੀ ਕਿਸੇ ਦੇ ਧਰਮ ਦਾ ਖੰਡਨ ਕਰਨ ਦਾ ਕੋਈ ਅਧਿਕਾਰ ਨਹੀਂ, ਕਿਸੇ 'ਤੇ ਕਿੰਤੂ ਕਰਨ ਦਾ ਕੋਈ ਅਧਿਕਾਰ ਨਹੀਂ, ਕਿਉਂਕਿ ਹਰ ਇੱਕ ਮਨੁੱਖ ਪ੍ਰਾਣੀ ਆਪੋ ਆਪਣੇ ਢੰਗ ਦੇ ਨਾਲ ਆਪਣੇ ਦੇਵਤਿਆਂ ਦੀ ਮਨੌਤਾਂ ਕਰਦਾ, ਆਪਣੇ ਪੈਗੰਬਰਾਂ ਦੀ ਮਨੌਤਾਂ ਕਰਦਾ। ਉਹ ਉਹਦੀ ਮਰਜ਼ੀ ਹੈ, ਉਹ ਉਹਦਾ ਮੌਲਿਕ ਅਧਿਕਾਰ ਹੈ। ਆਪਾਂ ਕਿਸੇ 'ਤੇ ਕਿੰਤੂ ਨਹੀਂ ਕਰ ਸਕਦੇ। ਹਾਂ, ਆਪਾਂ ਆਪਣੇ ਸਤਿਗੁਰ ਦੀ ਵਡਿਆਈ ਕਰ ਸਕਦੇ ਹਾਂ, ਆਪਣੇ ਸਤਿਗੁਰ ਦੀ ਸਿਫਤ ਸਲਾਹ ਕਰ ਸਕਦੇ ਹਾਂ ਵੀ ਮੇਰਾ ਸਤਿਗੁਰ ਐਸਾ ਹੈ, ਮੇਰੇ ਦੀਨ ਦਿਆਲੂ ਕਿਰਪਾਲੂ ਪ੍ਰਭੂ ਐਸੇ ਨੇ। ਸਤਿਗੁਰੂ ਗੁਰੂ ਗੋਬਿੰਦ ਰਾਏ ਮਹਾਰਾਜ ਪਟਨਾ ਸਾਹਿਬ ਦੀ ਧਰਤੀ 'ਤੇ ਨੇ, ਗੰਗਾ ਦੇ ਕੰਢੇ 'ਤੇ ਜਾਂਦੇ ਨੇ, ਅਨੇਕਾਂ ਕਿਰਪਾਵਾਂ ਵਰਤ ਰਹੀਆਂ ਨੇ। ਗੰਗਾ ਦੇ ਕੰਢੇ 'ਤੇ ਖੇਡਦੇ ਨੇ, ਬਾਲਕੇ ਹੋਰ ਵੀ ਖੇਡਦੇ ਨੇ, ਗੰਗਾ ਦੇ ਪਾਣੀ ਵਿੱਚ ਵੜਦੇ ਨੇ, ਪਾਣੀ ਉਲਾਰਦੇ ਨੇ, ਜੀਵਾਂ 'ਤੇ ਕਿਰਪਾ ਕਰਦੇ ਨੇ। ਐਸੀ ਬਖਸ਼ਾਂ ਹੋ ਰਹੀਆਂ। ਪੰਡਤ ਸ਼ਿਵਦੱਤ ਵੀ ਉੱਥੇ ਗੰਗਾ ਜਲ ਲੈ ਕੇ ਚੜ੍ਹਦੇ ਨੂੰ ਮੂੰਹ ਕਰਕੇ ਉਹ ਆਪਣੇ ਇਸ਼ਟ ਦੀ, ਆਪਣੇ ਭਗਵਾਨ ਦੀ, ਆਪਣੇ ਰਾਮ ਦੀ ਅਰਾਧਨਾ ਵਿੱਚ ਲੱਗਿਆ ਹੋਇਆ ਹੁੰਦਾ ਆ। ਉੱਥੇ ਅਨੇਕਾਂ ਪੰਡਤ ਹੋਰ ਵੀ ਬੈਠੇ ਹੁੰਦੇ ਆ। ਜਦੋਂ ਸਤਿਗੁਰੂ ਗੁਰੂ ਗੋਬਿੰਦ ਰਾਏ ਹਾਣੀਆਂ ਨਾਲ ਜਾਂਦੇ ਆ, ਸਾਧ ਸੰਗਤ ਜੀ ਸਤਿਗੁਰੂ ਜੀ ਐਸੀਆਂ ਕਲੋਲਾਂ ਕਰਦੇ ਆ, ਐਸੀਆਂ ਖੇਡਾਂ ਵਰਤਾਉਂਦੇ ਆ। ਕਈ ਜਿਹੜੇ ਉੱਥੇ ਬੈਠੇ ਹੁੰਦੇ ਆ ਭਗਤ ਜਨ, ਉਹਨਾਂ ਨੂੰ ਚੰਗਾ ਨਹੀਂ ਲੱਗਦਾ, ਉਹ ਸਤਿਗੁਰੂ ਜੀ ਨੂੰ ਬੁਰਾ ਭਲਾ ਵੀ ਬੋਲਦੇ ਆ। ਪਰ ਇਹਨਾਂ ਰੂਹਾਂ ਦੇ ਵਿੱਚੋਂ ਪੰਡਤ ਸ਼ਿਵਦੱਤ ਇੱਕ ਐਸੀ ਰੂਹ ਸੀ ਜਿਹਨੇ ਸਤਿਗੁਰੂ ਗੁਰੂ ਗੋਬਿੰਦ ਰਾਏ ਮਹਾਰਾਜ ਨੂੰ ਪਛਾਣ ਲਿਆ। ਇਹਨਾਂ ਦੇ ਵਿੱਚੋਂ ਵੀ ਐਸੀ ਰੂਹ ਸੀ। ਸੋ ਮੈਂ ਬੇਨਤੀ ਇਹੀ ਕਰ ਰਿਹਾ ਹਾਂ,
ਸਾਧ ਸੰਗਤ ਜੀ, ਮਨੁੱਖ ਸਾਰੇ ਇੱਕ ਤਰ੍ਹਾਂ ਦੇ ਹੁੰਦੇ ਨੇ। ਧਰਮ ਤੇ ਤੁਰਨ ਵਾਲੇ ਵੀ ਮਨੁੱਖ ਇੱਕ ਤਰ੍ਹਾਂ ਦੇ ਹੁੰਦੇ ਨੇ। ਇੱਕ ਮਨੁੱਖ ਅਧਿਆਤਮਿਕ ਤੌਰ ਤੇ ਰੱਬ ਨੂੰ ਪਾ ਲੈਂਦਾ ਤੇ ਇੱਕ ਮਨੁੱਖ ਅਜੇ ਤੁਰਿਆ ਵੀ ਨਹੀਂ ਹੁੰਦਾ, ਪਰ ਉਹ ਰੱਬ ਨੂੰ ਪਾਉਣ ਵਾਲੇ ਦੀ ਨਿੰਦਾ ਕਰਦਾ ਹੈ। ਇੱਕ ਅਜੇ ਤੁਰਿਆ ਵੀ ਨਹੀਂ ਰਸਤੇ ਤੇ, ਇੱਕ ਆਪਣੀ ਮੰਜ਼ਿਲ ਤੇ ਪਹੁੰਚਿਆ ਹੋਇਆ, ਫਰਕ ਤੇ ਬਹੁਤ ਹੈ। ਉਹ ਅਧਿਆਤਮ ਮਾਰਗ ਤੇ ਤੁਰਿਆ ਹੋਇਆ ਹੈ। ਹੁਣ ਉਹਦੀ ਜਿਹੜੀ ਪਹੁੰਚ ਹੈ, ਦੇਖੋ ਪੰਡਤ ਸ਼ਿਵਦੱਤ ਨੇ ਜਾਣ ਲਿਆ ਵੀ ਇਹ ਜਿਹੜਾ ਬਾਲਕ ਹੈ ਕੋਈ ਆਮ ਨਹੀਂ, ਗੋਬਿੰਦ ਰਾਏ ਕੋਈ ਆਮ ਨਹੀਂ ਹੈ। ਭਰੋਸਾ ਬਣ ਗਿਆ। ਹੁਣ ਸੱਚ ਜਾਣਨ ਦੇ ਲਈ ਅਰਦਾਸ ਬੇਨਤੀ ਕਰ ਬੈਠਾ। ਇੱਕ ਦਿਨ ਥਾਲ ਵਿੱਚ ਲੈ ਕੇ ਜਿੱਦਾਂ ਪ੍ਰਸ਼ਾਦ ਪਾ ਕੇ, ਲੱਡੂ ਆਦਿ ਪਾ ਕੇ, ਮਿੱਠਾ ਆਦਿ ਪਾ ਕੇ ਆਪਣੇ ਭਗਵਾਨ ਇਸ਼ਟ ਨੂੰ ਬੇਨਤੀ ਕਰ ਰਿਹਾ ਕਿ ਹੇ ਰਾਮ ਜੀ ਭੋਗ ਲਾਓ, ਹੇ ਰਾਮ ਜੀ ਭੋਗ ਲਾਓ। ਤੇ ਗੋਬਿੰਦ ਰਾਏ ਹਾਣੀਆਂ ਨਾਲ ਆਉਂਦੇ ਆ। ਉਸ ਭੋਗ ਦੇ ਥਾਲ ਵਿੱਚੋਂ ਸਾਧ ਸੰਗਤ ਜੀ ਲੱਡੂ ਆਦਿ ਚੱਖਦੇ ਆ ਤੇ ਅੱਗੇ ਤੁਰ ਜਾਂਦੇ ਆ ਹੱਸਦੇ ਹਾਣੀਆਂ ਨਾਲ। ਹੁਣ ਪੰਡਤ ਸ਼ਿਵਦੱਤ ਨੇ ਵੀ ਦੇਖਿਆ ਤੇ ਹੈਰਾਨੀ ਵੀ ਹੋਈ ਤੇ ਥੋੜਾ ਰੋਸ ਵੀ ਮਨ ਵਿੱਚ ਹੋਇਆ ਵੀ ਮੇਰੇ ਭਗਵਾਨ ਦਾ ਪ੍ਰਸ਼ਾਦ ਜੁੱਠਾ ਕਰਤਾ। ਮੈਂ ਤਾਂ ਭੋਗ ਲਵਾਉਣਾ ਸੀ, ਮੇਰੇ ਭਗਵਾਨ ਦਾ ਪ੍ਰਸ਼ਾਦ ਜੁੱਠਾ ਹੋ ਗਿਆ। ਉਹ ਮਾਤਾ ਗੁਜਰੀ ਜੀ ਨੂੰ ਆ ਕੇ ਉਲਾਮਾ ਦਿੰਦਾ, ਮਾਤਾ ਨਾਨਕੀ ਜੀ ਨੂੰ ਬੇਨਤੀ ਕਰਦਾ, ਮਾਤਾ ਜੀ ਗੋਬਿੰਦ ਮੈਨੂੰ ਬੜਾ ਸੋਹਣਾ ਲੱਗਦਾ, ਪਿਆਰਾ ਲੱਗਦਾ, ਪਰ ਗੋਬਿੰਦ ਜੀ ਨੂੰ ਇੱਕ ਕਹੋ ਵੀ ਹੋਰ ਜਿਹੜੀਆਂ ਮਰਜ਼ੀਆਂ ਚੋਜਾਂ ਕਰੇ, ਮੇਰੇ ਮੋਢਿਆਂ ਤੇ ਚੜੇ, ਹੋਰ ਜੋ ਮਰਜ਼ੀ ਕਰੇ, ਪਰ ਮੇਰੇ ਭਗਵਾਨ ਦਾ ਪ੍ਰਸ਼ਾਦ ਜੁੱਠਾ ਨਾ ਕਰਿਆ ਕਰੇ। ਇਹ ਮੇਰੇ ਵੱਲੋਂ ਬੇਨਤੀ ਕਰ ਦਿਓ ਵੀ ਮੇਰੇ ਮਨ ਨੂੰ ਠੇਸ ਪਹੁੰਚਦੀ ਹੈ ਬੜੀ। ਤੇ ਨਾਲ ਬੇਨਤੀ ਕਰਦਾ, ਮਾਂ ਜੀ ਉਹਨੂੰ ਝੜਕਿਓ ਨਾ, ਕਿਉਂਕਿ ਮੈਨੂੰ ਪਿਆਰਾ ਬੜਾ ਲੱਗਦਾ ਗੋਬਿੰਦ। ਗੋਬਿੰਦ ਜੀ ਜਦੋਂ ਆਉਂਦੇ ਆ, ਮਾਤ ਜੀ ਨੇ ਜਦੋਂ ਕਹਿਣਾ ਕੀਤਾ, ਗੋਬਿੰਦ ਜੀ ਪੰਡਤ ਸ਼ਿਵਦੱਤ ਜੀ ਆਏ ਸੀ ਤੇ ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸਤਿਗੁਰੂ ਜੀ ਪਹਿਲਾਂ ਹੀ ਕਹਿਣ ਲੱਗੇ, ਮਾਤ ਜੀ ਮੇਰੀ ਸ਼ਿਕਾਇਤ ਕਰਨ ਵਾਸਤੇ ਆਏ ਹੋਣੇ। ਮਾਂ ਕਹਿੰਦੀ, ਪੁੱਤ ਗੋਬਿੰਦ ਜੀ ਤੈਨੂੰ ਪਤਾ ਵੀ ਤੇਰੀ ਸ਼ਿਕਾਇਤ ਲੈ ਕੇ ਆਏ ਹੋਣਗੇ ਤੇ ਫਿਰ ਤੂੰ ਸ਼ਿਕਾਇਤ ਦਾ ਮੌਕਾ ਹੀ ਨਾ ਦਿਆ ਕਰ। ਹੁਣ ਬਾਲ ਗੋਬਿੰਦ ਰਾਏ ਨੂੰ ਮਾਂ ਤੇ ਜਾਣਦੀ ਹੈ ਤੇ ਮਾਂ ਨੂੰ ਗੋਬਿੰਦ ਰਾਏ ਕਹਿੰਦਾ, ਮਾਂ ਜੀ ਆਪੇ ਤਾਂ ਉਹ ਪ੍ਰਸ਼ਾਦ ਰੱਖ ਕੇ ਥਾਲ ਵਿੱਚ ਬੇਨਤੀਆਂ ਕਰਦਾ ਸੀ ਵੀ ਭੋਗ ਲਾਓ, ਆਪੇ ਤੇ ਕਹਿ ਰਿਹਾ ਸੀ, ਬੁਲਾ ਰਿਹਾ ਸੀ। ਹੁਣ ਮੇਰੀ ਉਹਦੇ ਵਿੱਚ ਕੀ ਗਲਤੀ ਹੈ? ਜੇ ਮੈਂ ਭੋਗ ਲਾਇਆ, ਉਹਦੇ ਵਿੱਚੋਂ ਉਹਦਾ ਮਿੱਠਾ ਚੱਖਿਆ ਤੇ ਮੇਰਾ ਕੀ ਕਸੂਰ ਹੈ? ਫਿਰ ਮਾਂ ਨੇ ਇੱਥੇ ਇੱਕ ਬੇਨਤੀ ਕੀਤੀ, ਪੁੱਤਰ ਜੀ, ਲਾਲ ਜੀ, ਜੇ ਐਸੀਆਂ ਖੇਡਾਂ ਵਰਤਾਉਣੀਆਂ ਤੇ ਪੰਡਤ ਸ਼ਿਵਦੱਤ ਨੂੰ ਅੱਖ ਵੀ ਦੇ ਦੇ ਦੇਖਣ ਵਾਲੀ, ਤਾਂ ਕਿ ਉਹ ਤੇਰੇ ਵਿੱਚੋਂ ਦੇਖ ਸਕੇ। ਆਖੋ ਸਤਨਾਮ। ਆਪਾਂ ਮੱਥਾ ਟੇਕਦੇ ਹਾਂ ਸਾਧ ਸੰਗਤ ਜੀ, ਪਰ ਸਭ ਤੋਂ ਪਹਿਲਾਂ ਅੱਖਾਂ ਦਾ ਹੋਣਾ ਜ਼ਰੂਰੀ ਹੈ। ਜਿਨ੍ਹਾਂ ਅੱਖਾਂ ਦੇ ਨਾਲ ਪ੍ਰਮਾਤਮਾ ਸਾਨੂੰ ਨਜ਼ਰ ਆਏ, ਜਿਨ੍ਹਾਂ ਅੱਖਾਂ ਨਾਲ ਸਾਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਕਿਰਪਾ ਨਜ਼ਰ ਆ ਜਾਏ, ਉਹ ਅੱਖਾਂ ਹੋਣੀਆਂ ਚਾਹੀਦੀਆਂ। ਹੁਣ ਆਪਾਂ ਆਈ ਵੀ ਜਾਈਏ, ਹੁਣ ਜਿਸ ਬੰਦੇ ਨੂੰ ਅੱਖਾਂ ਦੇ ਉੱਤੇ ਸਾਧ ਸੰਗਤ ਜੀ ਮੋਤੀਆ ਨਜ਼ਰ ਮੋਤੀਆ ਆ ਜਾਏ, ਉੱਤਰ ਆਏ, ਤੇ ਉਹਨੂੰ ਸਾਫ਼ ਨਹੀਂ ਦਿਖਦਾ ਕਦੇ ਵੀ। ਉਹਨੂੰ ਆਪਰੇਟ ਕਰਾਉਣਾ ਪੈਂਦਾ ਦੁਨੀਆ ਨੂੰ ਦੇਖਣ ਵਾਸਤੇ, ਤਾਂ ਕਿ ਉਹਦਾ ਮੋਤੀਆ ਦੂਰ ਹੋ ਜਾਏ, ਅੱਖਾਂ ਦੀ ਦ੍ਰਿਸ਼ਟੀ ਸਾਫ਼ ਹੋ ਜਾਏ। ਇਹ ਦੁਨਿਆਵੀ ਤੌਰ ਤੇ ਹੈ। ਇਸੇ ਤਰ੍ਹਾਂ ਜੇ ਰੱਬ ਨੂੰ ਦੇਖਣਾ ਤੇ ਸਾਡੀਆਂ ਅੱਖਾਂ ਤੇ ਜਿਹੜਾ ਕਾਮ ਰੂਪੀ, ਭਰਮ ਰੂਪੀ, ਕ੍ਰੋਧ ਰੂਪੀ ਜਿਹੜਾ ਮੋਤੀਆ ਆਇਆ ਹੋਇਆ, ਪਹਿਲਾਂ ਉਹਦਾ ਇਲਾਜ ਕਰਾਉਣਾ ਪਏਗਾ ਗੁਰੂ ਤੋਂ। ਜਿਹੜਾ ਸਾਡੇ ਤੇ ਵਿਸ਼ੇ ਵਿਕਾਰਾਂ ਦਾ, ਨਿੰਦਾ ਚੁਗਲੀ ਦਾ ਮੋਤੀਆ, ਉਹ ਦੂਰ ਕਰਨਾ ਪਏਗਾ। ਫਿਰ ਸਾਨੂੰ ਉਹ ਹਰ ਰੰਗ ਵਿੱਚ ਪਰਮੇਸ਼ਰ ਯਾਦ ਆਏਗਾ, ਪਰਮੇਸ਼ਰ ਦਿਖੇਗਾ। ਤੇ ਸਾਧ ਸੰਗਤ ਇੱਦਾਂ ਹੀ ਪੰਡਤ ਸ਼ਿਵਦੱਤ ਨੂੰ ਬਾਰੇ ਬੇਨਤੀ ਕੀਤੀ ਵੀ ਉਸ ਨੂੰ ਅੱਖਾਂ ਵੀ ਦੇ ਦਿਓ। ਤੇ ਸਾਧ ਸੰਗਤ ਜੀ ਮਾਂ ਦੇ ਕਹਿਣ ਤੇ ਪੰਡਤ ਸ਼ਿਵਦੱਤ ਨੂੰ ਅੱਖਾਂ ਮਿਲੀਆਂ। ਜਦੋਂ ਪੰਡਤ ਸ਼ਿਵਦੱਤ ਨੇ ਉਹਨਾਂ ਅੱਖਾਂ ਨਾਲ ਦੇਖਿਆ, ਅਰਦਾਸ ਹੋ ਗਈ। ਤੇ ਪੰਡਤ ਸ਼ਿਵਦੱਤ ਬੇਨਤੀ ਕਰਦਾ ਕਿ ਭਗਵਾਨ ਜੀ ਮੈਨੂੰ ਮੇਰੇ ਭਗਵਾਨ ਰਾਮ ਜੀ ਦੇ ਰੂਪ ਵਿੱਚ ਦਰਸ਼ਨ ਦੇ, ਕਿਉਂਕਿ ਮੈਂ ਉਹਦਾ ਭਗਤ ਹਾਂ, ਉਹਦੀ ਪੂਜਾ ਕਰਨ ਵਾਲਾ ਸੀ। ਤੇ ਸਾਧ ਸੰਗਤ ਜੀ ਜਦੋਂ ਇੱਦਾਂ ਕੀਤਾ ਤੇ ਭਗਵਾਨ ਰਾਮ ਜੀ ਦੇ ਰੂਪ ਵਿੱਚ ਧੰਨ ਗੁਰੂ ਗੋਬਿੰਦ ਰਾਏ ਮਹਾਰਾਜ ਨੇ ਦਰਸ਼ਨ ਦੇ ਕੇ ਪੰਡਤ ਸ਼ਿਵਦੱਤ ਨੂੰ ਕਰਤਾਰਥ ਕੀਤਾ। ਆਖੋ ਸਤਨਾਮ। ਇੱਕ ਨਹੀਂ, ਅਨੇਕਾਂ ਘਟਨਾਵਾਂ। ਇੱਕ ਗੁਜਰਾਤ, ਪਾਕਿਸਤਾਨ ਦੇ ਵਿੱਚ ਜਿਹੜਾ ਗੁਜਰਾਤ ਪੈਂਦਾ, ਉੱਥੇ ਸਿੰਧ ਇਲਾਕੇ ਵਿੱਚ ਇੱਕ ਠੱਟਾ ਨਗਰ ਪੈਂਦਾ, ਠੱਠਾ ਨਗਰ। ਉਸ ਠੱਠੇ ਨਗਰ ਦੇ ਵਿੱਚ ਭਗਵਾਨ ਸ਼੍ਰੀ ਚੰਦ ਜੀ ਮਹਾਰਾਜ ਜੀ ਦਾ ਸਥਾਨ ਬਣਿਆ ਹੋਇਆ, ਬਹੁਤ ਵੱਡਾ।
ਤੇ ਜੰਗਲ ਦੇ ਵਿੱਚ ਬੈਠੇ ਭਗਵਾਨ ਸ਼੍ਰੀ ਚੰਦ ਜੀ ਤੇ ਉਹਨਾਂ ਦੇ ਨਾਲ ਸਿੱਖ ਹੁੰਦਾ ਸੀ ਭਾਈ ਕਮਲੀਆ ਜੀ, ਬੈਠੇ ਬੰਦਗੀ ਕਰ ਰਹੇ ਆ ਭਗਵਾਨ ਸ਼੍ਰੀ ਚੰਦ ਜੀ, ਧੂਣਾ ਬਾਲ ਕੇ ਬੈਠੇ ਆ। ਉੱਥੇ ਇੱਕ ਸਾਧੂਆਂ ਦਾ ਟੋਲਾ ਆ ਜਾਂਦਾ, ਸਾਧੂ 360 ਦੇ ਕਰੀਬ ਸਾਧੂ ਸੀ, ਚੱਲੇ ਸੀ ਤੀਰਥਾਂ ਤੇ, ਉਦੋਂ ਸਾਧੂ ਟੋਲੇ ਬਣਾ ਕੇ ਜਾਂਦੇ ਸੀ। ਜਾਂਦੇ ਜਾਂਦੇ ਉਹਨਾਂ ਨੇ ਧੂਣਾ ਬਲਦਾ ਦੇਖਿਆ, ਜੰਗਲ ਵਿੱਚ ਕੋਲ ਆ ਗਏ। ਉਹਨਾਂ ਨੇ ਦੇਖਿਆ ਵੀ ਲੱਗਦਾ ਤੇ ਕੋਈ ਜਤੀ ਸਤੀ ਸਾਧੂ ਆ, ਬੜਾ ਕੋਈ ਪੁਰਖ ਲੱਗਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਲਖਤੇ ਜਿਗਰ ਹੈ ਸਾਧ ਸੰਗਤ ਜੀ, ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਗੁਰੂ ਦੀ ਸੰਤਾਨ ਹੈ, ਬਖਸ਼ਿਸ਼ਾਂ ਨਾਲ ਭਰਪੂਰ ਹੈ, ਜਗਤ ਉਹਨੂੰ 16 ਕਲਾ ਸੰਪੂਰਨ ਮੰਨਦਾ ਸਾਧ ਸੰਗਤ ਜੀ, ਤੇ ਰਿੱਧੀਆਂ ਸਿੱਧੀਆਂ ਦੇ ਮਾਲਕ ਵੀ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਵੀ ਸਤਿਕਾਰ ਕੀਤਾ, ਪਰ ਸਿੱਖ ਮੱਤ ਦੇ ਅਨੁਸਾਰ ਆਪਾਂ ਨੂੰ ਗੁਰੂ ਮੰਨਣ ਦਾ ਅਧਿਕਾਰ ਨਹੀਂ ਦਿੱਤਾ, ਕਿਉਂਕਿ ਗੁਰੂ ਭਾਈ ਲਹਿਣਾ ਜੀ ਨੂੰ ਬਣਾਇਆ ਸਤਿਗੁਰੂ ਜੀ ਨੇ। ਇਹ ਵੀ ਮੈਂ ਬੇਨਤੀ ਕਰ ਦੇਵਾਂ, ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਬਣਾਇਆ। ਹੁਣ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦਰ ਜੀ ਦੇ ਕੋਲ ਸਾਧੂ ਆ ਗਏ। ਉਹਨਾਂ ਨੇ ਆ ਕੇ ਦਰਸ਼ਨ ਦੀਦਾਰ ਕੀਤੇ, ਤੇ ਜਦੋਂ ਤੁਰਨ ਲੱਗੇ ਨਾ, ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਵੀ ਤੁਹਾਨੂੰ ਪ੍ਰਸ਼ਾਦਾ ਭੋਜਨ ਪਾਣੀ ਛਕਣਾ। ਉਹ ਬੜੇ ਹੈਰਾਨ ਹੋਏ ਵੀ ਜੰਗਲ ਵਿੱਚ ਕੋਈ ਪ੍ਰਬੰਧ ਨਹੀਂ, ਆਪਾਂ ਨੇ ਹੁਣ ਲੰਗਰ ਲਾਉਣਾ ਹੁੰਦਾ ਸਾਂ, ਅਸੀਂ ਕਈ ਦਿਨ ਪਹਿਲਾਂ ਤਿਆਰੀ ਕਰਨੀ ਪੈਂਦੀ ਆ, ਵੀ ਨਾ ਕੋਈ ਇੱਥੇ ਭਾਂਡਾ, ਨਾ ਕੋਈ ਇੱਥੇ ਬਣਾਉਣ ਵਾਲਾ, ਨਾ ਕੋਈ ਸੇਵਾਦਾਰ, ਕਿਵੇਂ ਛਕਾਏ ਗਏ ਨੇ ਸਾਧੂਆਂ ਨੂੰ। ਉਹਨਾਂ ਨੇ ਦੇਖਿਆ ਵੀ ਚਲੋ ਪਰਖ ਕਰਕੇ ਦੇਖ ਲੈਂਦੇ ਆ, ਬੈਠ ਗਏ। ਬਾਬਾ ਸ਼੍ਰੀ ਚੰਦ ਕਹਿੰਦਾ ਪੰਗਤ ਲਾ ਲਓ, ਪੰਗਤ ਲਾ ਲਈ। ਤੇ ਕਮਲੀਆ ਜੀ ਜਿਹੜੇ ਸੇਵਕ ਸੀ, ਉਹ ਕਹਿੰਦੇ ਮਹਾਰਾਜ ਹੁਣ ਕੀ ਕਰੀਏ। ਕਹਿੰਦੇ ਉੱਥੇ ਇੱਕ ਚਾਟੀ ਪਈ ਸੀ, ਭਾਂਡਾ ਪਿਆ ਸੀ। ਬਾਬਾ ਸ਼੍ਰੀ ਚੰਦ ਜੀ ਨੇ ਕੱਪੜਾ ਦਿੱਤਾ, ਕਹਿੰਦਾ ਜਾ ਇਸ ਢੱਕ ਕੇ ਇਸ ਚਾਟੀ ਨੂੰ ਉਸ ਪਰਮੇਸ਼ਰ ਦਾ ਨਾਂ ਲੈ ਕੇ ਸਾਧੂਆਂ ਨੂੰ ਭੋਜਨ ਵਰਤਾਉਣਾ ਸ਼ੁਰੂ ਕਰ ਦੇ। ਇਤਿਹਾਸ ਕਹਿੰਦਾ ਵੀ ਤਰ੍ਹਾਂ ਤਰ੍ਹਾਂ ਦੇ ਪਕਵਾਨ ਉਸ ਚਾਟੀ ਦੇ ਵਿੱਚੋਂ ਸਾਧ ਸੰਗਤ ਜੀ ਛਕਾਏ, ਤੇ ਇਹ ਕਿਰਪਾ ਹੀ ਸੀ। ਸਾਧੂਆਂ ਦਾ ਭੁਲੇਖਾ ਦੂਰ ਕੀਤਾ। ਸਾਧੂ ਛੁੱਟੀ ਲੈ ਕੇ ਚਲੇ ਗਏ। ਰਸਤੇ ਵਿੱਚ ਜਦੋਂ ਲੋੜ ਪਈ ਭੋਜਨ ਛਕਣ ਦੀ, ਆਪਣੇ ਕੋਲ ਪਾਰਸ ਦੀ ਬੱਟੀ ਰੱਖਦੇ ਸੀ। ਪਾਰਸ ਦੀ, ਉਸ ਪਾਰਸ ਦੀ ਬੱਟੀ ਨਾਲ ਕੀ ਹੁੰਦਾ ਸੀ ਵੀ ਜਿੰਨੇ ਕੁ ਲੋੜ ਪੈਂਦੀ ਸੀ, ਪੁਰਾਣੇ ਸਾਧੂ ਰੱਖਦੇ ਹੁੰਦੇ ਸੀ, ਉਹ ਲੋਹੇ ਨੂੰ ਸੋਨਾ ਬਣਾ ਲੈਂਦੇ ਸੀ। ਸੋਨੇ ਨੂੰ ਵੇਚ ਕਰਕੇ ਭੋਜਨ ਪਾਣੀ ਜੋਗੇ ਵੱਧ ਨਹੀਂ ਬਣਾਉਂਦੇ ਸੀ, ਪ੍ਰਸ਼ਾਦਾ ਛਕ ਲੈਂਦੇ ਸੀ ਸਾਧੂ। ਉਹ ਪਾਰਸ ਦੀ ਬੱਟੀ ਭੁੱਲ ਗਏ, ਮੁੜ ਕੇ ਵਾਪਸ ਆ ਗਏ। ਵਾਪਸ ਆਏ, ਬਾਬਾ ਸ਼੍ਰੀ ਚੰਦ ਨੂੰ ਹੁਣ ਡਰਦੇ ਦੱਸਣ ਨਾ ਵੀ ਸਾਧ ਭੇਖ ਨੂੰ ਲਾਜ ਲੱਗਦੀ ਆ ਵੀ ਪਾਰਸ ਦੀ ਬੱਟੀ ਪਿੱਛੇ ਉਲਝੇ। ਬਾਬਾ ਜੀ ਜਾਣੀ ਜਾਣ ਸੀ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਕਹਿਣ ਲੱਗੇ ਆਓ ਸੰਤ ਜੀ ਨੂੰ ਫੇਰ ਮੁੜ ਆਏ। ਮਹਾਰਾਜ ਦੱਸੀਏ ਤਾਂ ਭੇਖ ਨੂੰ ਬੱਟਾ ਲੱਗਦਾ, ਨਾ ਦੱਸੀਏ ਤੇ ਫਿਰ ਔਖਾ ਬੜਾ ਹੋ ਜਾਊਗਾ, ਭੁੱਖੇ ਮਰ ਜਾਵਾਂਗੇ। ਬਾਬਾ ਜੀ ਕਹਿੰਦੇ ਗੱਲ ਕੀ ਹੈ। ਮਹਾਰਾਜ ਸਾਡੀ ਪਾਰਸ ਦੀ ਬੱਟੀ ਇੱਥੇ ਰਹਿ ਗਈ, ਅਸੀਂ ਪ੍ਰਸ਼ਾਦਾ ਜਦੋਂ ਛਕਿਆ। ਪਾਰਸ ਵਿੱਚ ਗੁਣ ਹੈ ਕਿ ਲੋਹੇ ਨੂੰ ਸੋਨਾ ਬਣਾ ਦਿੰਦਾ, ਹੋਰ ਕੋਈ ਧਾਤ ਵਿੱਚ ਇਹ ਗੁਣ ਨਹੀਂ ਹੈ। ਤੇ ਸਾਧ ਸੰਗਤ ਜੀ ਜਦੋਂ ਉਹਨਾਂ ਕਿਹਾ ਵੀ ਪਾਰਸ ਸਾਡਾ ਇੱਥੇ ਰਹਿ ਗਿਆ, ਤੇ ਧੰਨ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਕਹਿਣ ਲੱਗੇ ਸੰਤ ਜਨੋ, ਘਰ ਵੀ ਛੱਡਿਆ, ਦੁਨੀਆ ਤੋਂ ਵੀ ਉਪਰਾਮ ਹੋ ਗਏ, ਸਾਧੂ ਵੀ ਬਣ ਗਏ, ਸਾਧ ਭੇਖ ਵੀ ਧਾਰਨ ਕਰ ਲਿਆ, ਪਰ ਅਜੇ ਗ੍ਰਹਿਸਤੀਆਂ ਦੇ ਵਾਂਗੂ ਮਨ ਚਿੰਤਾ ਵਿੱਚ ਵੀ ਅੜਿਆ ਹੋਇਆ ਵੀ ਕਦੇ ਭੁੱਖੇ ਨਾ ਮਰ ਜਾਈਏ, ਰੋਟੀ ਦੀ ਹੀ ਚਿੰਤਾ ਪਈ ਹੋਈ ਹੈ। ਬਣ ਗਏ ਸਾਧੂ। ਤੇ ਉਹ ਬੜੇ ਹੈਰਾਨ ਹੋਏ, ਕਹਿੰਦੇ ਖੈਰ ਕੋਈ ਗੱਲ ਨਹੀਂ, ਪਾਰਸ ਚਾਹੀਦਾ, ਮਹਾਰਾਜ ਕਿਰਪਾ ਕਰੋ। ਨੇੜੇ ਦਰਿਆ ਚੱਲਦਾ ਸੀ। ਬਾਬਾ ਸ਼੍ਰੀ ਚੰਦ ਜੀ ਕਹਿੰਦੇ ਜਾਓ ਲਹਿਰਾਂ ਦੇ ਉੱਤੋਂ ਪਾਰਸ ਚੱਕ ਲਓ। ਉਹ ਜਦੋਂ ਗਏ ਦਰਿਆ, ਤੇ ਉੱਥੇ ਇੱਕ ਨਹੀਂ ਅਨੇਕਾਂ ਪਾਰਸ ਹੀ ਪਾਰਸ ਸਨ। ਸਾਧੂ ਦੇ ਕੋਲ ਸਾਧ ਸੰਗਤ ਜੀ ਅਨੇਕਾਂ ਪਾਰਸ ਹੁੰਦੇ ਆ। ਉਹਨਾਂ ਨੇ ਕਿਹਾ ਬਾਬਾ ਜੀ ਸਾਡਾ ਕਿਹੜਾ। ਬਾਬਾ ਸ਼੍ਰੀ ਚੰਦ ਜੀ ਕਹਿੰਦੇ ਜਿਹੜਾ ਚੱਕ ਲੋਗੇ ਉਹੀ ਤੁਹਾਡਾ। ਉਹਨਾਂ ਨੇ ਪਾਰਸ ਚੁੱਕਿਆ ਤੇ ਤੁਰਨ ਲੱਗੇ। ਬਾਬਾ ਸ਼੍ਰੀ ਚੰਦ ਜੀ ਕਹਿੰਦੇ ਕਿੱਥੇ ਚੱਲੇ ਹੋ। ਹਿੰਗਲਾਜ ਦੇਵੀ ਪੈਂਦੀ ਹੈ ਜੀ ਇੱਕ ਬਹੁਤ ਵੱਡੀ, ਅਸੀਂ ਹਿੰਗਲਾਜ ਦੇਵੀ ਦੇ ਦਰਸ਼ਨ ਕਰਨ ਚੱਲੇ ਹਾਂ। ਤੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਕਹਿੰਦੇ ਇੱਥੇ ਹੀ ਕਰਾ ਦਈਏ ਦਰਸ਼ਨ। ਉਹ ਕਹਿੰਦੇ ਜੀ ਕਰਾ ਦਿਓ ਤਾਂ ਬਹੁਤ ਵੱਡੀ ਗੱਲ। ਕਹਿੰਦੇ ਇੱਕ ਮਾਤਾ ਜੰਗਲ ਦੇ ਵਿੱਚ ਲੱਕੜ ਤੋੜਦੀ ਫਿਰਦੀ ਸੀ, ਉਸ ਵੇਲੇ ਕੁਦਰਤੀ ਆ ਗਈ। ਭਾਈ ਕਮਲੀਏ ਨੂੰ ਕਿਹਾ ਉਸ ਮਾਤਾ ਨੂੰ ਬੁਲਾ। ਉਹ ਮਾਤਾ ਨੂੰ ਬੁਲਾਇਆ। ਕਹਿੰਦੇ ਉਸ ਮਾਤਾ ਤੇ ਐਸੀ ਬਖਸ਼ਿਸ਼ ਭਰੀ ਨਜ਼ਰ ਮਾਰੀ, ਅਸ਼ਟ ਭੁਜਾਵਾਂ ਵਾਲੀ ਉਸ ਹਿੰਗਲਾਜ ਦੇਵੀ ਦੇ ਰੂਪ ਦੇ ਵਿੱਚ ਉਹ ਮਾਂ ਦਾ ਵਿਰਾਟ ਰੂਪ ਸਾਧੂਆਂ ਨੇ ਤੱਕਿਆ ਉਸ ਮਾਤਾ ਵਿੱਚੋਂ।
ਤੇ ਜਦੋਂ ਰੂਪ ਤੱਕਿਆ ਤੇ ਸਾਰੇ ਅਚਰਜ ਰਚਨਾ ਦੇਖ ਕੇ ਹੈਰਾਨ ਹੋ ਗਏ, ਚਰਨਾਂ ਤੇ ਡਿੱਗੇ ਵੀ ਬਾਬਾ ਜੀ ਸਾਥੋਂ ਬਹੁਤ ਵੱਡੀ ਭੁੱਲ ਹੋ ਗਈ, ਕਿਉਂਕਿ ਇਹ ਸਾਧੂ ਕੁਲ ਕਰਾਮਾਤ ਹੁੰਦੀ ਹੈ ਐਡੀ ਵੱਡੀ, ਕਿਉਂਕਿ ਤੀਰਥ ਨੂੰ ਬਣਾਉਣ ਵਾਲੇ ਹੀ ਸਾਧੂ ਹੁੰਦੇ ਆ। ਤੇ ਇੱਦਾਂ ਧੰਨ ਗੁਰੂ ਗੋਬਿੰਦ ਰਾਏ ਮਹਾਰਾਜ ਪੰਡਤ ਸ਼ਿਵਦੱਤ ਨੂੰ ਭਗਵਾਨ ਰਾਮ ਜੀ ਦੇ ਰੂਪ ਵਿੱਚ ਦਰਸ਼ਨ ਦੇ ਰਿਹਾ। ਕਈ ਕਿੰਤੂ ਕਰਦੇ ਆ ਵੀ ਉਹ ਰਾਮ ਜੀ ਕਿਉਂ ਬਣੇ ਸੀ। ਸਾਧ ਸੰਗਤ ਜੀ, ਉਹਨਾਂ ਦੀ ਭਾਵਨਾ ਸੀ ਬਣ ਗਏ, ਦਰਸ਼ਨ ਹੀ ਦੇਣੇ ਸੀ ਉਸ ਰੂਪ ਦੇ ਵਿੱਚ, ਕਿਉਂਕਿ ਪ੍ਰਮਾਤਮਾ ਦੇ ਆਪਾਂ ਪੜ੍ਹਦੇ ਹਾਂ ਨਾ ਜਾਪ ਸਾਹਿਬ ਦੇ ਵਿੱਚ ਕਿ ਪ੍ਰਮਾਤਮਾ ਦਾ ਕੋਈ ਰੂਪ ਨਹੀਂ, ਪ੍ਰਮਾਤਮਾ ਦਾ ਕੋਈ ਰੰਗ ਨਹੀਂ, ਚੱਕਰ ਚਿਹਨ ਅਰ ਵਰਨ ਜਾਤ, ਉਸ ਪ੍ਰਮਾਤਮਾ ਦੇ ਪਤਾ ਨਹੀਂ ਕਿੰਨੇ ਕੁ ਰੂਪ, ਕਿੰਨੇ ਕੁ ਰੂਪ ਨੇ। ਸੋ ਦਰਸ਼ਨ ਦਿੱਤੇ। ਇੱਦਾਂ ਪੰਡਤ ਸ਼ਿਵਦੱਤ ਫਿਰ ਪ੍ਰਚਾਰਕ ਬਣ ਗਿਆ ਸਤਿਗੁਰੂ ਜੀ ਦਾ, ਹਰ ਵੇਲੇ ਗੋਬਿੰਦ ਰਾਏ ਦੇ ਗੁਣ ਗਾਉਣ ਲੱਗ ਗਿਆ। ਰਾਣੀ ਮੈਣੀ ਨੇ ਪੰਡਤ ਸ਼ਿਵਦੱਤ ਨੂੰ ਹੀ ਸੱਦਿਆ ਸੀ, ਇਲਾਕੇ ਦਾ ਮੰਨਿਆ ਹੋਇਆ ਪਰਮੰਨਿਆ ਪੰਡਤ ਸੀ ਉਹ, ਜਿਹੜੇ ਕੋਲ ਸ਼ਕਤੀ ਸੀ, ਤਾਕਤ ਸੀ। ਉਸ ਪੰਡਤ ਸ਼ਿਵਦੱਤ ਨੂੰ ਬੁਲਾਇਆ। ਰਾਣੀ ਮੈਣ ਕਹਿਣ ਲੱਗੀ ਵੀ ਦੇਖ ਪੰਡਤ ਜੀ, ਸਾਡੇ ਕੋਲ ਰਾਜ ਭਾਗ ਸਭ ਕੁਝ ਹੈ, ਪਰ ਕੋਈ ਸੰਤਾਨ ਦੀ ਪ੍ਰਾਪਤੀ ਵਾਸਤੇ ਉਪਾਅ ਕਰ, ਕੋਈ ਇੱਦਾਂ ਦਾ ਯੱਗ ਸਮਾਗਮ ਜਾਂ ਕੁਝ ਵੀ ਜੋ ਵੀ ਆ ਇੱਦਾਂ ਦਾ ਕੋਈ ਹਮਨ ਆਦਿ ਕਰ ਜਿਹਦੇ ਨਾਲ ਸਾਨੂੰ ਸੰਤਾਨ ਦੀ ਪ੍ਰਾਪਤੀ ਹੋ ਜਾਏ। ਹਰ ਕੋਈ ਮਨੁੱਖ ਕਰਦਾ ਸਾਧ ਸੰਗਤ ਜੀ। ਇੱਦਾਂ ਫਿਰ ਜਦੋਂ ਕਿਹਾ ਨਾ, ਤੇ ਪੰਡਤ ਸ਼ਿਵਦੱਤ ਸੱਚਾ ਸੀ, ਸੁੱਚਾ ਸੀ। ਉਹਨੇ ਰਾਣੀ ਮੈਣੀ ਨੂੰ ਇੱਕ ਬੇਨਤੀ ਕੀਤੀ, ਰਾਣੀ ਜੀ ਸੱਚ ਪੁੱਛੇ ਤੇ ਮੇਰੇ ਕੋਲ ਤਾਂ ਕੁਝ ਵੀ ਨਹੀਂ, ਤੇਰੀਆਂ ਗਲੀਆਂ ਦੇ ਵਿੱਚ ਰੱਬ ਖੇਡਦਾ ਫਿਰਦਾ, ਰੱਬ ਗੋਬਿੰਦ ਰਾਏ ਦੇ ਰੂਪ ਵਿੱਚ, ਆਖੋ ਸਤਨਾਮ। ਹੈ ਕੋਈ ਇੱਦਾਂ ਦਾ ਸਾਧ ਸੰਗਤ ਜੀ ਪ੍ਰਚਾਰਕ? ਮੇਰੇ ਕੋਲ ਰਿੱਧੀਆਂ ਸਿੱਧੀਆਂ ਆ ਜਾਣ ਤੇ ਮੈਂ ਇਹੀ ਕਹੂੰਗਾ ਵੀ ਸੰਗਤ ਜੀ ਤੁਸੀਂ ਮੈਨੂੰ ਦਿਓ ਕੁਛ ਤੇ ਮੈਂ ਤੁਹਾਡੀ ਅਰਦਾਸ ਕਰਦਾ, ਕਿਉਂਕਿ ਮੈਂ ਉਸ ਦਾ ਭਗਤ ਹਾਂ। ਹਰ ਬੰਦਾ ਇਹੀ ਕਹਿੰਦਾ, ਪਰ ਐਸਾ ਕੋਈ ਹੈ ਜਿਹੜਾ ਇਹ ਕਹੇ ਵੀ ਮੇਰੇ ਕੋਲ ਕੁਝ ਨਹੀਂ, ਤੇਰੀ ਗਲੀਆਂ 'ਚ ਰੱਬ ਖੇਡਦਾ ਫਿਰਦਾ, ਉਸ ਤੋਂ ਮੰਗ ਲੈ ਜੇ ਕੁਝ ਚਾਹੀਦਾ। ਤੇ ਸਾਧ ਸੰਗਤ ਜੀ ਸ਼ਰਧਾ ਬਣ ਗਈ। ਕਹਿਣ ਵਾਲਾ ਪੰਡਤ ਸੀ। ਉਹਨੇ ਕਿਹਾ ਫਿਰ ਉਸ ਨੂੰ ਬੁਲਾਉਣ ਦਾ ਦੱਸੋ, ਤਰੀਕ ਬਣਾਓ, ਕਦੋਂ ਬੁਲਾਉਣਾ, ਘਰ ਬੁਲਾਈਏ ਆਪਾਂ। ਫਿਰ ਕਿੱਡੀ ਵੱਡੀ ਭਾਵਨਾ ਬਣ ਗਈ ਪੰਡਤ ਸ਼ਿਵਦੱਤ ਦੀ। ਉਹ ਕਹਿੰਦਾ ਰਾਣੀ ਜੀ ਉਸ ਤੋਂ ਸਮਾਂ ਨਹੀਂ ਲੈਣਾ ਪੈਂਦਾ, ਉਸ ਤੋਂ ਡੇਟ ਨਹੀਂ ਲੈਣੀ ਪੈਂਦੀ, ਉਹਨੂੰ ਸ਼ਰਧਾ ਦੇ ਨਾਲ ਤੂੰ ਜਦੋਂ ਯਾਦ ਕਰੇਂਗੀ ਗੋਬਿੰਦ ਤੇਰੇ ਕੋਲ ਆ ਜਾਏਗਾ। ਭਾਵਨਾ ਬਣਾ ਲੈ ਆਪਣੀ। ਹੁਣ ਉਸਨੇ ਉਸ ਬਚਨ ਤੇ ਕਾਇਮ ਰਹੀ। ਉਹਨੇ ਸਾਧ ਸੰਗਤ ਜੀ ਪ੍ਰਸ਼ਾਦਾ ਪੂਰੀਆਂ ਤਿਆਰ ਕੀਤੀਆਂ, ਕਿਉਂਕਿ ਰਾਣੀ ਸੀ, ਆਪ ਤਿਆਰ ਕੀਤੀਆਂ। ਬੈਠ ਗਈ, ਪੀੜੇ ਤੇ ਬੈਰਾਗ ਵਿੱਚ ਆ ਗਈ। ਪੰਡਤ ਦਾ ਬਚਨ ਯਾਦ ਆ ਗਿਆ। ਬੈਰਾਗ ਵਿੱਚ ਆਈ, ਅਰਦਾਸ ਕਰਦੀ ਆ, ਗੋਬਿੰਦ ਜੀ ਨੈਣਾ ਚੋਂ ਨੀਰ ਬਹਿ ਰਿਹਾ। ਅਰਦਾਸ ਹੀ ਉਦੋਂ ਬਣਦੀ ਆ ਜਦੋਂ ਬੈਰਾਗ ਮਨ ਵਿੱਚ ਆਉਂਦਾ ਹੈ। ਬੈਰਾਗ ਮਹਾਰਾਜ ਕਹਿੰਦੇ ਇੰਨਾ ਚਿਰ ਬੈਰਾਗ ਨਹੀਂ, ਇੰਨਾ ਚਿਰ ਪ੍ਰਮਾਤਮਾ ਨਹੀਂ, ਅਰਦਾਸ ਨਹੀਂ ਬਣਦੀ। ਇੰਨਾ ਚਿਰ ਬੇਨਤੀ ਨਹੀਂ ਬਣਦੀ। ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਜਿਸ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ। ਉਹ ਤਾਂ ਸ਼ਮਸ਼ਾਨ ਭੂਮੀ ਦੀ ਤਰ੍ਹਾਂ ਹੁੰਦੇ ਆ ਜਿੱਥੇ ਬੈਰਾਗ ਨਹੀਂ ਆਉਂਦਾ ਗੁਰੂ ਪ੍ਰਤੀ। ਜਦੋਂ ਬੈਰਾਗ ਵਿੱਚ ਹਿਰਦਾ ਆਵੇ ਉਹਦੀ ਨਿਸ਼ਾਨੀ ਆ ਕਿ ਨੈਣਾ ਚੋਂ ਹੰਝੂ ਵਹਿ ਤੁਰੇ। ਹਿਰਦਾ ਬੈਰਾਗ ਵਿੱਚ ਹੈ, ਧਿਆਨ ਗੁਰੂ ਗੋਬਿੰਦ ਰਾਏ ਮਹਾਰਾਜ ਦਾ ਧਰ ਲਿਆ, ਆਖੋ ਸਤਨਾਮ। ਇੱਦਾਂ ਦੀ ਅਵਸਥਾ ਬਣ ਜਾਏ ਮਨੁੱਖ ਦੀ। ਫੇਰ ਸੁਣਿਓ, ਹਿਰਦੇ ਵਿੱਚ ਬੈਰਾਗ ਹੈ, ਅੱਖਾਂ ਵਿੱਚ ਪ੍ਰੇਮ ਦੇ ਹੰਝੂ ਨੇ, ਤੇ ਸਾਧ ਸੰਗਤ ਜੀ ਯਾਦ ਗੋਬਿੰਦ ਦੀ ਬਣ ਗਈ। ਧਿਆਨ ਗੋਬਿੰਦ ਦੇ ਚਰਨਾਂ ਦਾ ਧਰ ਲਿਆ ਤੇ ਅਰਦਾਸ ਪਤਾ ਕੀ ਹੋ ਗਈ? ਸੋਚਿਆ ਨਹੀਂ ਸੀ ਵੀ ਇਹ ਅਰਦਾਸ ਕਰਨੀ ਹੈ। ਅਰਦਾਸ ਹੋ ਗਈ ਕਿ ਗੋਬਿੰਦ ਜੀ ਜਿੱਦਾਂ ਦਾ ਪੰਡਤ ਸ਼ਿਵਦੱਤ ਕਹਿੰਦਾ ਜੇ ਤੂੰ ਸੱਚਮੁੱਚ ਉਸ ਅਕਾਲ ਪੁਰਖ ਦਾ ਰੂਪ ਹੈ ਤੇ ਮੇਰੀ ਭਾਵਨਾ ਵੀ ਮੈਨੂੰ ਇੱਕ ਵਾਰੀ ਮਾਂ ਕਹਿ ਕੇ ਬੁਲਾ ਜਾ, ਮਾਂ ਕਹਿ ਕੇ ਬੁਲਾ ਜਾ। ਅਜੇ ਅਰਦਾਸ ਬੇਨਤੀਆਂ ਕਰ ਰਹੀ ਸੀ। ਸਾਧ ਸੰਗਤ ਜੀ ਗੋਬਿੰਦ ਰਾਏ ਹਾਣੀਆਂ ਨਾਲ ਖੇਡਦਾ ਹੋਇਆ ਰਾਣੀ ਮੈਣੀ ਦੇ ਮਹਿਲਾਂ ਵਿੱਚ ਆਇਆ। ਮਹਿਲਾਂ ਵਿੱਚ ਆ ਕੇ ਜਿੱਥੇ ਪੀੜੇ ਤੇ ਰਾਣੀ ਬੈਠੀ ਸੀ, ਰਾਣੀ ਦੀ ਗੋਦ ਵਿੱਚ ਆ ਕੇ ਬੈਠਾ। ਮਾਂ ਨੂੰ ਜਿਵੇਂ ਬੱਚਾ ਪਿਆਰ ਕਰਦਾ ਐਵੇਂ ਲਾਡ ਕੀਤਾ। ਰਾਣੀ ਦੀ ਜਦੋਂ ਬੈਰਾਗ ਵਿੱਚੋਂ ਦੇਖਿਆ ਗੋਦ ਵਿੱਚ ਗੋਬਿੰਦ ਬੈਠਾ ਤੇ ਨਾਲ ਬਚਨ ਕਹਿ ਰਿਹਾ, ਮਾਂ ਮੈਂ ਤੇਰੇ ਕੋਲ ਆ ਗਿਆ, ਆਖੋ ਸਤਨਾਮ।
ਉਹਨੇ ਕਿਹਾ ਸੀ ਨਾ ਵੀ ਮਾਂ ਕਹਿ ਕੇ ਬੁਲਾਏ। ਫਿਰ ਮੈਂ ਐਗਜ਼ਾਮਪਲ ਦਿੰਦਾ। 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੀ ਔਰੰਗਜ਼ੇਬ ਦੇ ਕਹਿਣ ਦੇ ਮੁਤਾਬਕ ਰਾਜੇ ਨੇ, ਜੈ ਸਿੰਘ ਨੇ ਪਰਖ ਕੀਤੀ ਸੀ ਵੀ ਸੱਚਮੁੱਚ ਇਹ ਗੁਰੂ ਹੋ ਸਕਦਾ। ਉਮਰ ਛੋਟੀ ਆ, ਕਿਉਂਕਿ ਇਸ ਛੋਟੀ ਉਮਰ ਵਿੱਚ ਗੁਰੂ ਹੋ ਸਕਦਾ, ਉਹ ਪਰਖ ਕਰਨੀ ਸੀ। ਜਿੱਥੇ ਗੁਰਦੁਆਰਾ ਬੰਗਲਾ ਸਾਹਿਬ ਆਪਣੇ ਬੰਗਲੇ ਦੇ ਵਿੱਚ ਉਤਾਰਾ ਕਰਾਇਆ। ਹੁਣ ਪਰਖ ਕਰਨ ਲਈ ਉਹਨਾਂ ਨੇ ਤਰੀਕਾ ਬਣਾਇਆ ਵੀ ਜਿਹੜੀਆਂ ਗੋਲੀਆਂ ਸੀ ਸਾਰੀਆਂ ਨੂੰ ਸੱਦ ਲਿਆ। ਉਹਨਾਂ ਗੋਲੀਆਂ ਦੇ ਵਿੱਚੋਂ ਇੱਕ ਗੋਲੀ ਨੂੰ ਰਾਣੀ ਦੇ ਕੱਪੜੇ ਪਵਾ ਕੇ, ਰਾਣੀ ਦੇ ਗਹਿਣਾ ਗੱਟਾ ਪਵਾ ਕੇ ਉਸ ਨੂੰ ਪੀੜ੍ਹੇ 'ਤੇ ਬਿਠਾਤਾ ਵੀ ਇਹ ਰਾਣੀ ਹੈ। ਰਾਣੀ ਗੋਲੀਆਂ ਵਾਲੇ ਕੱਪੜੇ ਪਾ ਕੇ ਬਹਿ ਗਈ ਤੇ ਮਨ ਦੇ ਵਿੱਚ ਪਰਖ ਕਰਨ ਲਈ ਇਹ ਭਾਵਨਾ ਬਣਾ ਲਈ ਵੀ ਜੇ ਤੇ ਗੋਬਿੰਦ ਨੇ ਪਛਾਣ ਲਿਆ ਵੀ ਇਹ ਰਾਣੀ ਆ ਔਰ ਗੋਦ ਵਿੱਚ ਬਹਿ ਗਏ, ਫਿਰ ਤਾਂ ਅਸੀਂ ਮੰਨ ਲਵਾਂਗੇ ਵੀ ਗੁਰੂ ਅੰਤਰਜਾਮੀ ਆ, ਤੇ ਨਹੀਂ ਆਪਾਂ ਕਹਾਂਗੇ ਵੀ ਇਹ ਗੁਰੂ ਨਹੀਂ ਹੋ ਸਕਦਾ। ਚਾਲ ਔਰੰਗਜ਼ੇਬ ਦੀ ਸੀ। ਹੁਣ ਜਦੋਂ ਮਹਾਰਾਜ ਪੰਜੋਖਰਾ ਸਾਹਿਬ ਤੋਂ ਦਿੱਲੀ ਗਏ ਆ, ਜਦੋਂ ਸਤਿਗੁਰੂ ਜੀ ਉੱਥੇ ਉਤਾਰਾ ਕਰਾਇਆ ਤੇ ਇੱਦਾਂ ਰਾਣੀਆਂ ਬੈਠੀਆਂ, ਗੋਲੀਆਂ ਬੈਠੀਆਂ, ਗੋਲੀ ਰਾਣੀ ਬਣ ਕੇ ਬੈਠੀ ਹੈ। ਮਹਾਰਾਜ ਇੱਦਾਂ ਛੱਟੀ ਧਰਦੇ ਆ ਬਾਲਾ ਪ੍ਰੀਤਮ ਜੀ ਤੇ ਬਚਨ ਕਰਦੇ ਆ, ਇਹ ਵੀ ਗੋਲੀ, ਇਹ ਵੀ ਗੋਲੀ, ਇਹ ਵੀ ਗੋਲੀ। ਜਿਹੜੀ ਪੀੜ੍ਹੇ 'ਤੇ ਬੈਠੀ ਸੀ, ਹੁਣ ਸਾਰੇ ਤੇ ਜਾਣਦੇ ਸੀ ਵੀ ਇਹ ਵੀ ਗੋਲੀ ਆ, ਪਰ ਉਹ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਪਰਖਣਾ ਚਾਹੁੰਦੇ ਸੀ। ਜਦੋਂ ਉਸ ਦੇ ਸੀਸ 'ਤੇ ਛਟੀ ਧਰੀ ਤੇ ਮਹਾਰਾਜ ਨੇ ਇੱਕ ਬਚਨ ਕੀਤਾ, ਪਹਿਲਾਂ ਦੇਖਿਆ ਸਾਰਿਆਂ ਵਾਲੇ ਪਾਸੇ ਤੇ ਮਹਾਰਾਜ ਕਹਿੰਦੇ ਇਹ ਵੀ ਗੋਲੀ। ਆਖੋ ਸਤਿਨਾਮ। ਘੜ ਘੜ ਕੇ ਅੰਤਰ ਕੀ ਜਾਣਤ, ਕਹਿੰਦੇ ਇਹ ਵੀ ਗੋਲੀ। ਤੇ ਨਾਲ ਮਹਾਰਾਜ ਨੇ ਇੱਕ ਬਚਨ ਕੀਤਾ, ਕਹਿੰਦੇ ਜੇ ਰਾਜਿਆਂ ਵਾਲੇ ਕੱਪੜੇ ਪਾਉਣ ਨਾਲ ਰਾਜ ਭਾਗ ਮਿਲਦਾ ਤੇ ਜਿਹੜੇ ਫਿਰ ਇਹ ਨਾਟਕ ਕਰਦੇ ਆ, ਰਾਜਿਆਂ ਦੇ ਜਿਹੜੇ ਡਰਾਮੇ ਕਰਦੇ ਆ ਵੱਡੇ ਵੱਡੇ, ਫਿਰ ਤਾਂ ਸਾਰੇ ਹੀ ਰਾਜੇ ਮਹਾਰਾਜੇ ਬਣ ਜਾਣੇ ਸੀ। ਕਿਉਂਕਿ ਕੱਪੜਿਆਂ ਨਾਲ ਤੇ ਤਕਦੀਰਾਂ ਨਹੀਂ ਬਦਲੀਆਂ ਵੀ ਹੁਣ ਮੈਂ ਰਾਜਾ ਬਣਨਾ ਚਾਹੁੰਦਾ, ਵਸਤਰ ਉੱਦਾਂ ਦੇ ਪਾ ਲਾਂ, ਰਾਜਾ ਥੋੜ੍ਹਾ ਬਣ ਜਾਗਾ। ਸਾਧ ਸੰਗਤ ਜੀ, ਤਕਦੀਰ ਜਦੋਂ ਬਦਲਦਾ ਤੇ ਪਰਮਾਤਮਾ ਬਦਲਦਾ। ਮਹਾਰਾਜ ਕਹਿੰਦੇ ਹੈ ਤੇ ਗੋਲੀ ਪਰ ਰਾਣੀ ਬਣ ਕੇ ਬੈਠੀ ਆ। ਫਿਰ ਜਿਹੜੀ ਗੋਲੀ ਬਣੀ ਬੈਠੀ ਸੀ ਰਾਣੀ, ਉਸ ਰਾਣੀ ਦੀ ਗੋਦ ਵਿੱਚ ਬਹਿ ਕੇ ਕਹਿੰਦੇ, ਰਾਣੀ ਤੈਨੂੰ ਅਕਾਲ ਪੁਰਖ ਨੇ ਬਣਾਇਆ ਤੇ ਰਾਣੀ ਆ, ਪਟਰਾਣੀ ਆ, ਪਰ ਤੇਰਾ ਗੋਲੀ ਬਣਨ ਨੂੰ ਕਿਉਂ ਜੀ ਕਰਦਾ? ਬਣਾਇਆ ਤੇ ਰਾਣੀ ਆ ਤੈਨੂੰ। ਫਿਰ ਨਾਲ ਇੱਕ ਬਚਨ ਕਿਹਾ, ਕਹਿੰਦੇ ਅਸੀਂ ਜਾਣਦੇ ਹਾਂ ਇਹ ਤੂੰ ਨਹੀਂ, ਤੇਰੇ ਪਿੱਛੇ ਕੋਈ ਹੋਰ ਤਾਕਤ ਕੰਮ ਕਰ ਰਹੀ ਹੈ, ਪਰ ਉਹਨੂੰ ਅਸੀਂ ਦਰਸ਼ਨ ਨਹੀਂ ਦੇਣਾ। ਔਰੰਗਜ਼ੇਬ ਦੇ ਮੱਥੇ ਨਹੀਂ ਮਾਰੇ ਲੱਗੇ ਸੀ, ਉਹ ਆਪਾਂ ਫਿਰ ਵਿਚਾਰ ਕਰਾਂਗੇ। ਮੈਂ ਜਿਹੜੀ ਗੱਲ ਕਹਿ ਰਿਹਾ, ਹੁਣ ਰਾਣੀ ਦੀ ਮੈਣੀ ਦੀ ਗੋਦ ਵਿੱਚ ਗੋਬਿੰਦ ਰਾਏ ਬੈਠੇ ਆ ਕੇ ਤੇ ਮਾਂ ਕਹਿ ਕੇ ਬੁਲਾਇਆ। ਕਹਿੰਦੇ ਬੈਰਾਗ ਦੇ ਹੰਝੂ ਝੜੀ ਲਾਤੀ, ਕਿਉਂਕਿ ਬੜੀ ਮੁੱਦਤਾਂ ਬਾਅਦ ਮਾਂ ਸ਼ਬਦ ਸੁਣਿਆ ਸੀ। ਤੇ ਰਾਣੀ ਕਹਿੰਦੀ ਫੇਰ ਕਹਿ ਮਾਂ ਮਾਂ ਮਾਂ, ਕਈ ਵਾਰ ਗੋਬਿੰਦ ਰਾਏ ਨੇ ਕਿਹਾ। ਤੇ ਸਾਧ ਸੰਗਤ ਜੀ, ਘੁੱਟ ਕੇ ਸੀਨੇ ਨਾਲ ਲਾ ਲਿਆ, ਮੁੱਖ ਨੂੰ ਚੁੰਮਿਆ ਤੇ ਗੋਬਿੰਦ ਰਾਏ ਕਹਿੰਦਾ, ਮਾਂ ਜੀ ਭੁੱਖ ਬੜੀ ਲੱਗੀ ਆ, ਕਿਉਂਕਿ ਭਾਵਨਾ ਬਣਾਈ ਸੀ ਨਾ ਉਹਨੇ ਵੀ ਮੇਰੇ ਹੱਥ ਦਾ ਪ੍ਰਸ਼ਾਦਾ ਛਕ ਜਾਣ। ਤੇ ਗੋਬਿੰਦ ਰਾਏ ਕਹਿੰਦਾ, ਮਾਂ ਹੁਣ ਲਾੜ ਹੀ ਲੜਾਈ ਜਾਵੇਂਗੀ ਜਾਂ ਮੈਨੂੰ ਭੋਜਨ ਵੀ ਦੇਵੇਂਗੀ, ਪ੍ਰਸ਼ਾਦਾ ਵੀ ਦੇਵੇਂਗੀ? ਉਹ ਬਾਹਰੋਂ ਮੰਗਵਾਉਣਾ ਚਾਹੁੰਦੀ ਆ ਪਕਵਾਨ। ਗੋਬਿੰਦ ਜੀ ਕਹਿੰਦੇ ਨਹੀਂ, ਜਿਹੜਾ ਤੂੰ ਆਪ ਤਿਆਰ ਕੀਤਾ ਉਹ ਛਕਾ। ਫਿਰ ਛੋਲੇ ਤੇ ਪੂਰੀਆਂ ਗੋਬਿੰਦ ਜੀ ਨੂੰ ਛਕਾਈਆਂ, ਹਾਣੀਆਂ ਨੂੰ ਛਕਾਈਆਂ। ਮਹਾਰਾਜ ਤੁਰਨ ਜਦੋਂ ਲੱਗੇ ਆ ਤੇ ਰਾਣੀ ਨੇ ਫਿਰ ਕਿਹਾ ਵੀ ਹੁਣ ਕਦ ਆਓਗੇ? ਕਹਿੰਦੇ ਮਾਂ ਜੀ ਦੱਸੋ। ਹੁਣ ਮਾਂ ਨੂੰ ਤਾਂ ਰੋਜ਼ ਹੀ ਮਿਲਣ ਆਉਣਾ ਪੈਣਾ। ਤੇ ਰਾਣੀ ਕਹਿੰਦੀ ਰੋਜ਼ ਆਇਆ ਕਰ ਤੇ ਪ੍ਰਸ਼ਾਦ ਪੂਰੀਆਂ ਛੋਲਿਆਂ ਦਾ ਇੱਦਾਂ ਹੀ ਛਕ ਕੇ ਜਾਇਆ ਕਰ। ਆਖੋ ਸਤਨਾਮ। ਤੇ ਨਾਲੇ ਮੈਨੂੰ ਮਾਂ ਕਹਿ ਕੇ ਬੁਲਾ ਕੇ ਜਾਇਆ ਕਰ। ਤੇ ਨਾਲ ਰਾਣੀ ਨੇ ਇੱਕ ਬਚਨ ਕੀਤਾ ਕਿ ਜਿਸ ਦਾ ਪੁੱਤਰ ਗੋਬਿੰਦ ਰਾਏ ਹੋਵੇ ਤੇ ਉਸ ਨੂੰ ਹੋਰ ਕਿਸੇ ਦੁਨੀਆ ਦੇ ਪੁੱਤ ਦੀ ਲੋੜ ਨਹੀਂ। ਅੱਜ ਵੀ ਆਪਾਂ ਪਟਨਾ ਸਾਹਿਬ ਜਾਂਦੇ ਹਾਂ, ਰਾਣੀ ਮੈਣੀ ਦੇ ਸਾਧ ਸੰਗਤ ਜੀ, ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ, ਹੁਣ ਤਾਂ ਗੁਰਦੁਆਰਾ ਸਾਹਿਬ ਬਣ ਗਿਆ ਮਹਿਲਾਂ ਵਾਲੀ ਥਾਂ, ਤੇ ਉੱਥੇ ਛੋਲੇ ਪੂਰੀਆਂ ਦਾ ਪ੍ਰਸ਼ਾਦ ਚੱਲਦਾ। ਤੇ ਅੱਜ ਵੀ ਸਾਰੀ ਸੰਗਤ ਮਾਂ ਜੀ ਕਹਿ ਕੇ ਬੁਲਾਉਂਦੀ ਆ ਤੇ ਉਹ ਰਾਣੀ ਨੂੰ ਅਮਰ ਕਰ ਗਏ ਧੰਨ ਗੁਰੂ ਗੋਬਿੰਦ ਰਾਏ ਮਹਾਰਾਜ। ਇੰਨੀ ਕਿਰਪਾ ਹੁੰਦੀ ਆ। ਸੋ ਇੱਕ ਨਹੀਂ ਅਨੇਕਾਂ ਨੂੰ ਤਾਰਿਆ। 7 ਸਾਲ ਪਟਨਾ ਸਾਹਿਬ ਦੀ ਧਰਤੀ 'ਤੇ ਮਹਾਰਾਜ ਰਹੇ। ਹੁਣ ਕਿੰਨੇ ਕੁ ਚੋਜਾਂ ਨੂੰ ਆਪਾਂ ਵਰਣਨ ਕਰੀਏ, ਕਿਉਂਕਿ ਮਹਾਰਾਜ ਦਾ ਅੱਜ ਦਾ ਹੁਕਮਨਾਮਾ ਵੀ ਇਹੀ ਹੈ ਕਿ ਮੇਰੀ ਜੀਭ ਛੋਟੀ ਆ, ਇੱਕ ਜੀਭ ਆ, ਤੇਰੇ ਅਨੇਕਾਂ ਗੁਣ ਨੇ, ਤੇਰੇ ਕਿਹੜੇ ਕਿਹੜੇ ਸਤਿਗੁਰੂ ਜੀ ਮੈਂ ਗਾਵਾਂ। ਕਿਉਂਕਿ ਇੱਕ ਜੀਵ ਨਾਲ ਕਿੰਨੇ ਕੁ ਤੇਰੇ ਗੁਣਾਂ ਨੂੰ ਪਾਤਸ਼ਾਹ ਮੈਂ ਬੇਅੰਤ ਗੁਣਾਂ ਨੂੰ ਬੇਸਮਾਰ ਸੁਆਮੀ ਕਿਵੇਂ ਵਰਣਨ ਕਰਾਂ।
ਸੋ ਗੋਬਿੰਦ ਦੀ ਸਿਫਤ ਨੂੰ, ਗੁਰੂ ਦੀ ਸਿਫਤ ਨੂੰ ਵਰਣਨ ਕਰਨਾ ਬੜਾ ਔਖਾ ਹੈ। ਸੋ ਸਾਧ ਸੰਗਤ ਜੀ, ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ। ਅੱਜ ਅਖੰਡ ਪਾਠ ਸਾਹਿਬ ਆਰੰਭ ਹੋ ਜਾਣਗੇ। 9 ਤਰੀਕ ਨੂੰ ਭੋਗ ਪਾਏ ਜਾਣੇ ਆ, ਕੀਰਤਨ ਸਮਾਗਮ ਸਭ ਕੁਛ ਹੋਵੇਗਾ। ਆਪ ਜੀ ਭਾਵਨਾ ਨਾਲ ਹਾਜ਼ਰੀਆਂ ਭਰਿਓ। ਹਾਜ਼ਰ ਨਾਜ਼ਰ ਨੇ ਪ੍ਰਤੱਖ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਮੈਂ ਅਕਸਰ ਬੇਨਤੀ ਕਰਦਾ ਵੀ ਆਪਾਂ ਤੇ ਭਾਗਾਂ ਵਾਲੇ ਹਾਂ। ਆਪਾਂ ਨੂੰ ਜੇ ਸਾਈਡ 'ਤੇ ਜਾਈਏ ਸਾਧ ਸੰਗਤ ਜੀ, ਗੁਆਂਢ ਵਿੱਚ ਬਾਲਾ ਪ੍ਰੀਤਮ ਦੇ ਦਰਸ਼ਨ, ਇੱਥੇ ਆਪਾਂ ਬਹਿੰਦੇ ਹਾਂ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਛੋਹ ਧਰਤੀ ਹੈ। ਇੱਥੇ ਜੋ ਵੀ ਭਾਵਨਾ ਨਾਲ ਆਏਗਾ ਉਹ ਮੂੰਹ ਮੰਗੀਆਂ ਮੁਰਾਦਾਂ ਪਾਏਗਾ। ਭਾਵਨਾ ਬਣਾਉਣ ਦੀ ਲੋੜ ਹੈ। ਸੋ ਭਾਵਨਾ ਬਣਾਈਏ, ਮਹਾਰਾਜ ਕਿਰਪਾ ਕਰਨ। ਸਭ ਰਲ ਕਰਕੇ ਸੇਵਾ ਕਰਿਆ ਕਰੋ। ਇਸੇ ਤਰ੍ਹਾਂ ਜੋੜ ਮੇਲਾ ਆਪਣਾ ਆ ਰਿਹਾ, ਉਹਦੇ ਵਿੱਚ ਵੀ ਸਭਨਾਂ ਨੇ ਈਰਖਾ ਤੋਂ, ਦਵੈਤ ਤੋਂ, ਦਵੈਸ਼ ਤੋਂ ਬਚ ਕਰਕੇ ਵੱਧ ਤੋਂ ਵੱਧ ਆਪਣਾ ਜਿਹੜਾ ਫੋਕਸ ਹੈ ਸੇਵਾ 'ਤੇ ਰੱਖਣਾ, ਗੁਰੂ ਦੀ ਕਿਰਪਾ 'ਤੇ ਰੱਖਣਾ ਕਿ ਮਨੁੱਖਾ ਜਨਮ ਮਹਾਰਾਜ ਜੀ ਦਿੱਤਾ, ਤੇਰੀ ਸੇਵਾ ਕਰਕੇ ਸਾਡਾ ਮਨੁੱਖਾ ਜਨਮ ਸਫਲਾ ਹੋ ਜਾਏ। ਇਸ ਕਰਕੇ ਆਪਾਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ। ਸੋ ਆਓ, ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ। ਜਿਨ੍ਹਾਂ ਜਿਨ੍ਹਾਂ ਕਥਾ ਵਿਚਾਰ ਸਰਵਣ ਕੀਤਾ ਸਭ ਦਾ ਧੰਨਵਾਦ। ਕਥਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋਈਆਂ। ਸਤਿਗੁਰੂ ਜੀ ਅੱਖਰ ਵਾਧਾ ਘਾਟਾ ਮੁਆਫ ਕਰਨ, ਸਮੱਤ ਬਖਸ਼ਿਸ਼ ਕਰਨ। ਸੁਣਨ ਵਾਲਿਆਂ ਦੀ ਸਭ ਦੇ ਕਾਰਜ ਰਾਸ ਕਰਨ। ਘਰਾਂ ਵਿੱਚ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣ ਮਹਾਰਾਜ। ਆਓ ਕੜਾਹ ਪ੍ਰਸ਼ਾਦ ਲੈਂਦੇ ਆ, ਨਾਲੇ ਸਤਿਨਾਮ ਵਾਹਿਗੁਰੂ ਦਾ ਆਪਾਂ ਸਾਰੇ ਜਾਪ ਕਰੀਏ ਜੀ। ਜਪੋ ਸਤਨਾਮ 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 ਜੀ, ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ, ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ, ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ, ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ, ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ, ਵਾਹਿਗੁਰੂ 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 ਜੀ। ਜਪੋ ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।